ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਹਰਜੀਤ ਭਾਸਕਰ ਜੀ ਔਰ ਇੰਦਰਪ੍ਰੀਤ ਜੀ, ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹਫ਼ਤੇ ਦੇ ਵਿੱਚ ਦਰਬਾਰ ਸਾਹਿਬ ਦੇ ਨੇੜੇ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਤੀਜਾ ਧਮਾਕਾ ਹੋਇਆ। ਰਾਤ 12:30 ਤੋਂ ਬਾਅਦ ਲਗਭਗ 12:40 ਦੇ ਆਸ-ਪਾਸ ਇਸ ਧਮਾਕੇ ਦੀ ਖਬਰ ਦੀ ਸੂਚਨਾ ਹੈ। ਆਖਰ ਇਹ ਸਭ ਕਿਉਂ ਵਾਪਰ ਰਿਹਾ? ਅੰਮ੍ਰਿਤਸਰ ਦੇ ਵਿੱਚ ਔਰ ਖਾਸ ਤੌਰ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਇਹਨਾਂ ਘਟਨਾਵਾਂ ਨੂੰ ਕਿਸ ਨਜ਼ਰ ਨਾਲ ਦੇਖੀਏ ਔਰ ਇੱਥੇ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਨੂੰ ਕਿਸ ਤਰੀਕੇ ਨਾਲ ਅੰਕੀਏ। ਲਗਾਤਾਰ ਅਲਰਟ ਹੈ, ਲਗਾਤਾਰ ਪੁਲਿਸ ਆਪਣੇ ਆਪ ਨੂੰ ਸਤਰਕ ਦੱਸ ਰਹੀ ਹੈ। 2 ਦਿਨ ਦਾ ਵਿਜਲ ਅਭਿਆਨ ਵੀ ਸੀਗਾ। ਪੂਰੇ ਪੰਜਾਬ ਦੇ ਵਿੱਚੋਂ ਸੈਂਕੜਿਆਂ ਦੀ ਤਾਦਾਦ ਦੇ ਵਿੱਚ FIRs ਹੋਈਆਂ ਨੇ। ਬਹੁਤ ਸਾਰੇ ਲੋਕਾਂ ਦੇ ਕੋਲੋਂ ਨਸ਼ੇ ਫੜੇ ਗਏ, ਇਹ ਦਾਅਵਾ ਪੁਲਿਸ ਦਾ। ਪਰ ਜਿਸ ਨਜ਼ਰੀਏ ਤੋਂ ਇਹ ਅਭਿਆਨ ਸ਼ੁਰੂ ਕੀਤਾ ਗਿਆ ਸੀ, ਰਾਤ ਫਿਰ ਇੱਕ ਵਾਰੀ ਫਿਰ ਇਸ ਤਰ੍ਹਾਂ ਦੀ ਘਟਨਾ ਨੇ ਲਗਭਗ ਸਾਰੇ ਪੰਜਾਬ ਨੂੰ ਚਮਕਾ ਕੇ ਰੱਖਤਾ। ਦੁਨੀਆ ਭਰ ਦੇ ਵਿੱਚ ਬੈਠੇ ਨਾਨਕ ਨਾਮ ਲੇਵਾ, ਉਹਨਾਂ ਦੇ ਮਨ ਤੇ ਅਸਰ ਹੈ। ਦਰਬਾਰ ਸਾਹਿਬ ਨੂੰ ਜਾਂਦੇ ਰਾਹਾਂ ਤੇ ਬੇਸ਼ੱਕ ਹੁਣ ਫੋਰਸ ਵੀ ਲਗਾਈ ਗਈ ਹੈ, ਕੈਮਰੇ ਇੰਸਟਾਲ ਕੀਤੇ ਜਾ ਰਹੇ ਨੇ, ਪਰ ਇਹਨਾਂ ਸਭ ਕੁਝ ਦੇ ਬਾਵਜੂਦ ਜੇ ਫਿਰ ਕੋਈ ਸ਼ਰਾਰਤੀ ਅਨਸਰ ਜਾਂ ਫਿਰ ਕੋਈ ਸਾਜ਼ਿਸ਼ ਸਿਰੇ ਚੜ ਜਾਂਦੀ ਹੈ ਤਾਂ ਇਹਨੂੰ ਕਿਵੇਂ ਸਮਝੋਗੇ? ਇਹਦੀ ਟਾਈਮਿੰਗ ਨੂੰ ਲੈ ਕੇ, ਰਾਤ ਦੇ ਸਮੇਂ ਨੂੰ ਚੂਜ਼ ਕੀਤਾ ਜਾਣਾ, ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖੋਗੇ? ਇਹ ਤਾਂ ਪੁਲਿਸ ਬਿਹਤਰ ਦੱਸ ਸਕਦੀ, ਪ੍ਰਸ਼ਾਸਨ ਬਿਹਤਰ ਦੱਸ ਸਕਦਾ, ਸਰਕਾਰ ਬਿਹਤਰ ਦੱਸ ਸਕਦੀ ਹੈ। ਪਰ ਕਿਉਂ ਆਖਰ ਇਹ ਨਾਕਾਮੀਆਂ ਨੇ? ਆਖਿਰ ਕਿਉਂ ਇਸ ਤਰ੍ਹਾਂ ਦੇ ਅਨਸਰ ਬੇਮੁਹਾਰੇ ਹੋ ਗਏ ਨੇ? ਪੁਲਿਸ ਦਾ ਡਰ ਖੌਫ ਹੀ ਨਹੀਂ ਰਿਹਾ। ਅਸੀਂ ਇੰਦਰਪ੍ਰੀਤ ਜੀ ਤੋਂ ਲੈਂਦੇ ਹਾਂ। ਸਭ ਤੋਂ ਪਹਿਲਾਂ ਇਹਨਾਂ ਦੀ ਅਖਬਾਰ ਨੇ ਰਿਪੋਰਟ ਕੀਤਾ ਔਰ ਹੁਣ ਦੀ ਤਾਜ਼ਾ ਸਥਿਤੀ ਉਹਦੇ ਨਾਲ ਵੀ ਤੁਹਾਡੀ ਸਾਂਝ ਪਾਉਂਦੇ। ਵੈਸੇ ਅਸੀਂ ਜਲੰਧਰ ਦੀ ਇਲੈਕਸ਼ਨ ਦੇ ਉੱਤੇ ਤਬਸਰਾ ਜ਼ਰੂਰ ਕਰਾਂਗੇ। ਭਾਸਕਰ ਸਾਹਿਬ ਜਲੰਧਰ 'ਚ ਰਹਿੰਦੇ ਨੇ, ਗਰਾਊਂਡ ਰਿਐਲਿਟੀ ਪਤਾ ਇਹਨਾਂ ਨੂੰ। ਜਿਹੜੇ ਆਰਥਿਕ ਤੌਰ ਤੇ ਟੁੱਟੇ ਲੋਕ ਨੇ, ਆਰਥਿਕ ਤੌਰ ਤੇ ਕਮਜ਼ੋਰ ਲੋਕ ਨੇ, ਉਹਨਾਂ ਨੇ ਵੋਟ ਕਿੱਥੇ ਪਾਈ? ਸਮਰੱਥ ਲੋਕਾਂ ਨੇ ਵੋਟ ਕਿੱਥੇ ਪਾਈ? ਮਿਡਲਮੈਨ ਜਿਹੜਾ ਕਿ ਮੱਧ ਵਰਗੀ ਬੰਦਾ ਹੈ, ਜਿਹੜਾ ਹਵਾ ਦੇ ਰੁੱਖ ਨਾਲ ਬਦਲਦਾ ਡਾਵਾਂ ਡੋਲ ਰਹਿੰਦਾ ਹੈ, ਮੀਡੀਆ ਦੀ ਰਿਪੋਰਟ ਕੀ ਆ? ਔਰ ਇੰਦਰਪ੍ਰੀਤ ਜੀ, ਚੰਡੀਗੜ੍ਹ ਪ੍ਰਸ਼ਾਸਨਿਕ ਘੇਰਿਆਂ 'ਚ ਕੀ ਗੱਲ ਚੱਲ ਰਹੀ ਆ? ਜਿਹੜੇ ਪੱਤਰਕਾਰ ਰਿਪੋਰਟ ਕਰਕੇ ਵਾਪਸ ਮੁੜੇ ਉਹ ਕੀ ਕਹਿ ਰਹੇ ਨੇ? ਔਰ ਖਾਸ ਤੌਰ ਤੇ ਪੋਲੀਟੀਕਲ ਪਾਰਟੀਆਂ ਦੇ ਆਗੂ ਇਹਨੂੰ ਕਿਵੇਂ ਆਂਕ ਰਹੇ ਆ, ਉਹਦੇ ਉੱਤੇ ਜਾਣਦੇ ਆ। ਕਰਨਾਟਕ ਦੇ ਐਗਜ਼ਿਟ ਪੋਲਸ ਦਾ ਜ਼ਿਕਰ ਨਾ ਕੀਤਾ ਤਾਂ ਗੱਲ ਨਹੀਂ ਬਣੂਗੀ। ਕੀ ਬੀਜੇਪੀ ਇੱਕ ਵਾਰੀ ਫਿਰ ਜੋੜ ਤੋੜ ਦੀ ਸਥਿਤੀ 'ਚ ਆ ਸਕਦੀ ਹੈ? ਹਾਲਾਂਕਿ ਜਦੋਂ ਨੈਸ਼ਨਲ ਮੀਡੀਆ ਦਾ ਉਹ ਹਿੱਸਾ ਜਿਹਨੂੰ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਉਹ ਪ੍ਰੋ ਗਵਰਨਮੈਂਟ ਹੁੰਦਾ ਹੈ, ਜੇਕਰ ਉਹ ਕਾਂਗਰਸ ਨੂੰ ਅੱਗੇ ਦਿਖਾ ਰਿਹਾ ਤਾਂ ਮਤਲਬ ਅੱਗੇ ਵਾਲੀ ਸਥਿਤੀ ਕਾਫੀ ਸਾਫ਼ ਹੋ ਰਹੀ ਹੈ। 2 ਖਬਰਾਂ ਹੋਰ ਅਹਿਮ ਨੇ ਜਿਨ੍ਹਾਂ ਦੇ ਵਿੱਚ ਇੱਕ ਤਾਂ ਕਿ ਤਬਾਦਲੇ ਵੇਲੇ ਹੁਣ ਪੁਲਿਸ ਅਫਸਰ ਆਪਣੇ ਚਹੇਤੇ ਮੁਲਾਜ਼ਮ ਨਾਲ ਨਹੀਂ ਲੈ ਕੇ ਜਾ ਸਕਣਗੇ। ਕੱਲੀ ਪੁਲਿਸ ਹੀ ਕਿਉਂ, DTO ਇੱਕ ਅਹਿਮ ਪੋਸਟ ਹੁੰਦੀ ਸੀ, ਅੱਜ ਕੱਲ ਤਾਂ ਮੇਰੇ ਖਿਆਲ ਉਹਨੂੰ ਖਤਮ ਕਰਤਾ ਗਿਆ। ਇਹ ਵੀ ਆਪਣੇ ਨਾਲ ਆਪਣੇ ਗਨਮੈਨ ਤੋਂ ਲੈ ਕੇ ਈਵਨ ਕਲਰਕ ਤੱਕ ਵੀ ਲੈ ਜਾਂਦੇ ਹੁੰਦੇ ਸੀ। ਔਰ ਬਹੁਤ ਸਾਰੇ ਅਫਸਰ ਜਿਹੜੇ ਜ਼ਿਲ੍ਹਾ ਪੱਧਰ ਦੇ ਹੁੰਦੇ ਆ, ਉਹ ਆਪਣੇ ਨਾਲ ਬੰਦਿਆਂ ਨੂੰ ਲਿਜਾਣ ਦਾ ਟ੍ਰੈਂਡ ਇਹ ਕੋਈ ਨਵਾਂ ਨਹੀਂ। ਬੜੀ ਵਾਰੀ ਪੋਲੀਟੀਕਲ ਬੰਦੇ ਵੀ ਆਪਣੇ ਨਾਲ ਪੱਕੇ ਗਨਮੈਨ ਜਾਂ ਬਾਕੀ ਲੋਕ ਲਾ ਕੇ ਰੱਖਦੇ ਆ। ਗੱਲ ਦਿੱਲੀ ਕਮੇਟੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਨੁਮਾਇੰਦਗੀ ਦੀ। ਅਕਸਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਿੱਲੀ ਕਮੇਟੀ ਦੇ ਵਿੱਚ ਨਾਮਜ਼ਦ ਹੁੰਦੇ ਨੇ ਜਾਂ ਹੋਰ ਵੀ ਵਿਅਕਤੀ ਕੀਤੇ ਜਾ ਸਕਦੇ ਹੁੰਦੇ ਆ। ਕਿ ਹੌਲੀ ਹੌਲੀ ਇਹ ਬੰਦ ਹੋਣ ਵਾਲੇ ਪਾਸੇ ਜਾ ਰਿਹਾ। ਔਰ ਇੱਕ ਮਾਮਲਾ ਤੁਹਾਨੂੰ ਯਾਦ ਹੋਣਾ, ਭਾਈ ਜਸਵੰਤ ਸਿੰਘ ਖਾਲੜਾ, ਹਜ਼ਾਰਾਂ ਬੇਪਛਾਣ ਲਾਸ਼ਾਂ, ਔਰ ਉਹਨਾਂ ਦੀ ਨਿਸ਼ਾਨਦੇਹੀ ਕਰਦਿਆਂ ਖੁਦ ਲਾਸ਼ ਬਣ ਗਏ ਸੀਗੇ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਜਿਹਦੇ ਵਿੱਚ ਸੰਸਥਾ ਹੈ ਡਾਕੂਮੈਂਟ ਐਂਡ ਐਡਵੋਕੇਸੀ ਪ੍ਰੋਜੈਕਟ, ਇਹਦੇ ਸਤਨਾਮ ਸਿੰਘ ਬੈਂਸ ਨੇ ਐਡਵੋਕੇਟ, ਉਹਨਾਂ ਨੇ ਹਾਈ ਕੋਰਟ 'ਚ ਨੌਕ ਕੀਤਾ ਕਿ ਲਗਭਗ 6000 ਤੋਂ ਜ਼ਿਆਦਾ ਅਣਪਛਾਤੀਆਂ ਲਾਸ਼ਾਂ ਦੇ ਸੰਬੰਧੀ ਤੁਸੀਂ ਸਰਕਾਰ ਨੂੰ ਜਾਂ CBI ਨੂੰ ਕਿਸੇ ਬਿਹਤਰ ਏਜੰਸੀ ਕੋਲੋਂ ਜਾਂਚ ਕਰਾਓ। ਇਸ ਮਾਮਲੇ ਦੇ ਉੱਤੇ ਵੀ ਅੱਗੇ ਵਧਦੇ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ ਸਾਡੇ ਨਾਲ ਇਹ ਸਾਂਝ ਪਵਾਓ। ਹੁਣ ਤਾਂ ਲਗਭਗ ਸੋਸ਼ਲ ਮੀਡੀਆ ਤੇ ਗੱਲ ਤੈਰਨੀ ਸ਼ੁਰੂ ਹੋ ਗਈ ਕਿ ਅੱਧੀ ਰਾਤ ਤੋਂ ਬਾਅਦ ਧਮਾਕਾ ਫਿਰ ਹੁੰਦਾ ਹੈ, ਲੇਕਿਨ ਇਹਨੂੰ ਸਮਝਿਆ ਕੀ ਹੈ? ਕਿਸੇ ਨਾਲ ਗੱਲ ਹੋਈ ਹੋਵੇ ਤੁਹਾਡੀ, ਜਾਂ ਇਹਦੇ ਸੰਬੰਧੀ ਕੋਈ ਕਲੂ ਜਾਂ ਕੋਈ ਪੁਲਿਸ ਜਾਂ ਕੋਈ ਪ੍ਰਸ਼ਾਸਨ ਮੂੰਹ ਖੋਲ ਰਿਹਾ ਹੋਵੇ? ਕੀ ਹੈ ਸਭ? ਰੰਧਾਵਾ ਸਾਹਿਬ, ਹਜੇ ਤੱਕ ਤਾਂ ਕਿਸੇ ਆਫੀਸਰ ਨੇ ਫੋਨ ਇਸ ਤੇ ਨਹੀਂ ਚੱਕਿਆ। ਮੈਨੂੰ ਲੱਗਦਾ ਕਿ ਰਾਤ ਸ਼ਾਇਦ ਉਹਨਾਂ ਨੂੰ ਦੇਰ ਨਾਲ ਸੁੱਤੇ ਹੋਣੇ, ਉਹ ਵੀ ਤੇ ਅਜੇ ਉੱਠੇ ਨਹੀਂ ਹੋਣੇ। ਅਸੀਂ ਪ੍ਰੋਗਰਾਮ ਅਰਲੀ ਇਨ ਦਾ ਮਾਰਨਿੰਗ ਕਰਦੇ ਹਾਂ।
ਇੱਕ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਕਿਸੇ ਸ਼ਰਾਰਤ ਦਾ ਹੀ ਹੈ, ਕਿਉਂਕਿ ਕੱਲ ਕੁਝ ਇੰਟੈਲੀਜੈਂਸ ਦੇ ਲੋਕਾਂ ਨਾਲ ਗੱਲ ਹੋ ਰਹੀ ਸੀ, ਜਿਹੜੇ ਪਹਿਲੇ 2 ਧਮਾਕੇ ਹੋਏ, ਮੈਂ ਉਹਨਾਂ ਨਾਲ ਸੰਪਰਕ ਕੀਤਾ ਸੀਗਾ ਕਿ ਇਹ 2 ਹੈ ਕੀ ਨੇ। ਉਹ ਕਹਿੰਦੇ ਵੀ ਇਹ ਨਾ ਟੈਕਨੀਕ ਜਿਹੜੀ ਨਾ ਗਠਾ ਬੰਬ ਜਿਹੜਾ ਹੁੰਦਾ ਹੈ, ਜਿਵੇਂ ਆਪਾਂ ਦੀਵਾਲੀ ਤੇ ਆਮ ਤੌਰ ਤੇ ਬੱਚੇ ਕੋ ਫੂਕ ਮਾਰ ਕੇ ਸਿੱਟਦੇ ਆ ਥੱਲੇ, ਉਹ ਵੱਜਦਾ, ਉਸ ਤਰ੍ਹਾਂ ਦੀ ਟੈਕਨੀਕ ਯੂਜ਼ ਕੀਤੀ ਜਾ ਰਹੀ ਹੈ, ਜਿਹੜੀ ਬੋਟਲਸ ਦੇ ਵਿੱਚ ਇਸ ਤਰ੍ਹਾਂ ਦਾ ਨਾਈਟ੍ਰੇਟ ਜਾਂ ਕੁਝ ਹੋਰ ਪਦਾਰਥ ਪਾ ਕੇ ਬਹੁਤ ਉੱਪਰੋਂ ਦੀ ਸਿੱਟਦੇ ਆ, ਜਿਹੜਾ ਥੱਲੇ ਜਾ ਕੇ ਧਮਾਕਾ ਕਰਦਾ। ਹਾਲਾਂਕਿ ਉਹ ਇੰਨਾ ਕੁ ਕਮਜ਼ੋਰ ਹੁੰਦਾ ਕਿ ਕੋਈ ਛੋਟਾ ਜਿਹਾ ਟੋਆ ਵੀ ਨਹੀਂ ਪਾ ਸਕਦਾ, ਪਰ ਇਹ ਐਦਾਂ ਲੱਗਦਾ ਜਿਵੇਂ ਦਹਿਸ਼ਤ ਫੈਲਾਉਣ ਦਾ ਇੱਕੋ ਹੋਵੇ। ਹਾਲਾਂਕਿ ਡੀਜੀਪੀ ਸਾਹਿਬ ਨੇ, ਤੁਸੀਂ ਦੇਖਿਆ ਜਦੋਂ ਅੰਮ੍ਰਿਤਸਰ ਗਏ ਸੀ, ਉਹਨਾਂ ਨੇ ਇਸ ਗੱਲ ਨੂੰ ਨਕਾਰਤਾ ਸੀਗਾ ਕਿ ਨਹੀਂ, ਇਸ ਤਰ੍ਹਾਂ ਦੀ ਕੋਈ ਜਿਹੜੀ ਆਤੰਕੀ ਘਟਨਾ ਦਾ ਕੋਈ ਨਹੀਂ ਹੈ, ਸਾਨੂੰ ਕਿਸੇ ਦੀ ਸ਼ਰਾਰਤ ਲੱਗ ਸਕਦੀ ਹੈ। ਇਹ ਸ਼ਰਾਰਤ ਹੋ ਵੀ ਸਕਦੀ ਹੈ, ਪਰ ਜਿੱਥੇ ਸਭ ਤੋਂ ਜ਼ਿਆਦਾ ਟੂਰਿਸਟ ਆ ਰਿਹਾ ਹੋਵੇ, ਅਸੀਂ ਕਹਿੰਦੇ ਆ ਵੀ 70-80 ਹਜ਼ਾਰ ਤੋਂ ਜ਼ਿਆਦਾ ਲੋਕ ਡੇਲੀ ਦੇ ਜਿੱਥੇ ਆ ਰਹੇ ਹੋਣ, ਤੇ ਉੱਥੇ ਮਤਲਬ ਲਗਾਤਾਰ 5 ਦਿਨਾਂ ਵਿੱਚ 3 ਧਮਾਕੇ, ਮਤਲਬ ਇਹ ਦਹਿਸ਼ਤ ਤਾਂ ਬਣ ਜਾਂਦੀ ਹੈ, ਚਾਹੇ ਉਹ ਸ਼ਰਾਰਤੀ ਹੋਵੇ ਚਾਹੇ ਕੋਈ ਹੋਵੇ, ਲੇਕਿਨ ਦਹਿਸ਼ਤ ਦਾ ਮਾਹੌਲ ਜਾਂ ਇੱਕ ਕ੍ਰੀਏਟ ਹੋ ਜਾਂਦਾ ਹੈ। ਇਹਦੇ ਪਿੱਛੇ ਕੀ ਕਾਰਨ ਨੇ, ਇਹ ਹਜੇ ਕੋਈ ਮਤਲਬ ਇਸ ਤੇ ਨਹੀਂ ਕਰ ਰਿਹਾ। ਈਵਨ ਡੀਜੀਪੀ ਸਾਹਿਬ ਵੀ ਕੁਝ ਨਹੀਂ ਬੋਲ ਰਹੇ ਇਹਦੇ ਤੇ। ਇਹਨਾਂ ਨੇ 2 ਦਿਨ ਦਾ ਅਭਿਆਨ ਵੀ ਚਲਾਇਆ ਪੂਰੇ ਪੰਜਾਬ 'ਚ, ਤਾਂ ਵੀ ਹਜੇ ਤੱਕ ਇਸ ਤੇ ਇਹ ਨਹੀਂ ਹੈ ਕਿ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਕੇ ਯਾਰ ਸਾਰਿਆਂ ਨੂੰ ਦੱਸੀਏ ਵੀ ਕੀ ਚ ਹੋ ਗਿਆ, ਸਾਡੇ ਕੋਲ ਕੀ ਪੱਲੇ ਪਿਆ। ਇਹ ਨਾਲ ਇਸ ਕਰਕੇ ਇੰਪੋਰਟੈਂਟ ਹੋ ਜਾਂਦਾ ਹੈ ਕਿਉਂਕਿ ਬਿਲਕੁਲ ਨਾਲ ਹੀ ਅੰਮ੍ਰਿਤਸਰ ਦੇ ਨਾਲ ਹੀ ਪਾਕਿਸਤਾਨ ਲੱਗਦਾ ਹੈ, ਜਿਹਦੇ ਹਾਲਾਤ ਬਹੁਤ ਖਰਾਬ ਹੋਏ ਪਏ ਇਸ ਟਾਈਮ, ਗ੍ਰਹਿ ਯੁੱਧ ਦੇ ਹਾਲਾਤ ਹੋਏ ਪਏ ਨੇ ਉੱਥੇ, 3 ਸਟੇਟਾਂ 'ਚ ਫੌਜ ਲੱਗੀ ਹੈ। ਸੋ ਮਤਲਬ ਪੰਜਾਬ ਦਾ ਉਸ ਬਾਰਡਰ ਸਟੇਟ ਤੇ ਹੋਣਾ, ਔਰ ਖਾਸ ਤੌਰ ਤੇ ਅੰਮ੍ਰਿਤਸਰ ਦਾ ਉਸ ਬਿਲਕੁਲ ਨਾਲ ਐਡਜੋਇਨਿੰਗ ਹੋਣਾ, ਚਿੰਤਾ ਵਾਲੀ ਗੱਲ ਤਾਂ ਰਹਿੰਦੀ ਹੀ ਹੈ। ਤੇ ਇਹਨੂੰ ਇੰਨੀ ਮੈਨੂੰ ਲੱਗਦਾ ਕਿ ਲਾਈਟਲੀ ਨਹੀਂ ਲਿਆ ਜਾ ਸਕਦਾ ਵੀ ਕੋਈ ਸ਼ਰਾਰਤੀ ਹੋ ਸਕਦੇ ਆ, ਕਿਉਂਕਿ ਜਿਹੜੇ ਸਮਾਂ ਚੁਣ ਰਹੇ ਨੇ ਮਤਲਬ ਕਿ ਇਹ ਧਮਾਕੇ ਕਰਨ ਦੇ, ਉਹ ਰਾਤ ਵਾਲਾ ਜ਼ਿਆਦਾ ਚੁਣ ਰਹੇ ਆ। ਸੋ ਉਸ ਟਾਈਮ ਤਾਂ ਆਮ ਤੌਰ ਤੇ ਤਕਰੀਬਨ ਸਭ ਸੋ ਜਾਂਦੇ ਆ। ਏਦਾਂ ਵੀ ਕਈ ਵਾਰੀ ਲੱਗਦਾ ਵੀ ਸ਼ਰਾਰਤ ਜਿਹੜੀ ਹੈਗੀ ਹੈ ਉਹ ਸਿਰਫ ਡਰਾਉਣ ਲਈ ਕੀਤੀ ਜਾ ਰਹੀ ਹੈ, ਮਾਰਨ ਦਾ ਕੋਈ ਮੋਟਿਵ ਨਹੀਂ ਲੱਗ ਰਿਹਾ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ 'ਚ ਹਜੇ ਪਰਦੇ ਉੱਠਣੇ ਹੈ। ਕੱਲ ਰਾਤ ਜਿਵੇਂ 12:45 ਤੇ ਧਮਾਕਾ ਹੋਇਆ, ਬਹੁਤ ਦੇਰ ਨਾਲ ਕੀਤਾ। ਦੇਖੋ ਉਸ ਟਾਈਮ ਤਾਂ ਮੈਨੂੰ ਲੱਗਦਾ ਹੀ ਹੈ ਕਿ ਬਹੁਤ ਥੋੜੀ ਸੰਗਤ ਰਹਿ ਜਾਂਦੀ ਹੈ। ਆਮ ਤੌਰ ਤੇ ਸਾਰੇ ਫਿਰ ਆਪਣੀਆਂ ਸਰਾਵਾਂ 'ਚ ਜਾ ਕੇ ਸੋ ਜਾਂਦੇ, ਦੁਕਾਨਾਂ ਵੀ ਬੰਦ ਹੋ ਜਾਂਦੀਆਂ ਨੇ। ਪਰ ਇਹ ਧਮਾਕੇ ਲਗਾਤਾਰ ਹੋਣੇ, ਇਹ ਬੜੀ ਚਿੰਤਾ ਵਾਲੀ ਗੱਲ ਹੈ। ਔਰ ਮੈਨੂੰ ਲੱਗਦਾ ਕਿ ਇਸ ਤੇ ਕਿਉਂਕਿ ਹੁਣ ਤਾਂ ਇਲੈਕਸ਼ਨ ਵੀ ਹੋ ਗਿਆ, ਅੱਗੇ ਤਾਂ ਸਰਕਾਰ ਸਾਰੀ ਉਲਝੀ ਪਈ ਸੀ ਜਲੰਧਰ ਦੇ ਇਲੈਕਸ਼ਨ ਦੇ ਉੱਤੇ। ਹੁਣ ਸ਼ਾਇਦ ਉਹਨਾਂ ਕੋਲੇ ਥੋੜਾ ਸਮਾਂ ਹੋਏ ਤੇ ਉਹ ਇਸ ਤੇ ਕੋਈ ਨਿੱਠ ਕੇ ਬੈਠਣ ਤੇ ਪਤਾ ਕਰਨ ਪੁਲਿਸ ਵਾਲਿਆਂ ਤੋਂ ਵੀ ਯਾਰ ਇਹ ਬਾਰ-ਬਾਰ ਕੀ ਹੋ ਰਿਹਾ। ਅੱਜ ਵੀ ਸ਼ਾਇਦ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੋਏਗਾ, ਕਿਉਂਕਿ ਅੱਜ ਲੁਧਿਆਣਾ PAU ਦੇ ਵਿੱਚ ਕਿਸਾਨ ਮਿਲਣੀ ਹੈ ਦੂਜੀ, ਤਾਂ ਉਹ ਜ਼ਿਆਦਾ ਉੱਥੇ ਹੀ ਬਿਜ਼ੀ ਹੋਣਗੇ। ਮੈਨੂੰ ਨਹੀਂ ਪਤਾ ਕਿ ਉਹ ਅੱਜ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਆ ਕਿ ਨਹੀਂ ਕਰ ਰਹੇ, ਪਰ ਲਗਾਤਾਰ 3 ਜਿਹੜੀਆਂ ਹੈਗੀਆਂ ਨੇ, ਉਹਨਾਂ ਨੇ ਪੰਜਾਬ ਵਾਸੀਆਂ ਨੂੰ ਤੇ ਹੋਰ ਦੂਜੇ ਸਟੇਟਾਂ ਤੋਂ ਜਿਹੜੇ ਮੱਥਾ ਟੇਕਣ ਆਉਂਦੇ ਆ, ਉਹਨਾਂ ਨੂੰ ਜ਼ਰੂਰ ਚਿੰਤਾ 'ਚ ਪਾਇਆ। ਆਮ ਤੌਰ ਤੇ ਇਹੋ ਜਿਹੀਆਂ ਘਟਨਾਵਾਂ ਕਿਸੇ ਤੈਅ ਪ੍ਰੋਗਰਾਮ ਦੀਆਂ ਮੁਤਾਜ ਨਹੀਂ ਹੁੰਦੀਆਂ ਕਿ ਤੁਸੀਂ ਫਲਾਣੇ ਥਾਂ ਜਾਣਾ, ਤੇ ਜਦੋਂ ਕਿਤੇ ਰਾਤ ਇਸ ਤਰ੍ਹਾਂ ਦੀ ਸੂਚਨਾ ਮਿਲੀ ਹੋਊਗੀ ਪੁਲਿਸ ਨੂੰ, ਔਰ ਉਹ ਤਾਂ ਵਿਦਿਨ ਮਿੰਟਸ ਮਿਲੇ ਹੋਊਗੇ, ਮੁੱਖ ਮੰਤਰੀ ਤੱਕ ਵੀ ਪਹੁੰਚੀ ਹੋਊਗੀ, ਇਸ ਤਰ੍ਹਾਂ ਦਾ ਪ੍ਰਬੰਧ ਤਾਂ ਹੋਊਗਾ ਕਿ ਮੁੱਖ ਮੰਤਰੀ ਨੂੰ ਸਟੇਟ ਦੇ ਹਾਲਾਤ ਤੋਂ ਤੁਰੰਤ ਅਵਗਤ ਕਰਾਇਆ ਜਾਂਦਾ, ਜਾਣੂ ਕਰਾਇਆ ਜਾਂਦਾ। ਇਹ ਮੀਟਿੰਗ ਤਾਂ ਅੱਧੀ ਰਾਤ ਨਾ ਹੋਈ ਹੋਊਗੀ ਜਾਂ ਹੋਣੀ ਚਾਹੀਦੀ, ਜੇ ਨਹੀਂ ਹੋਈ ਤਾਂ ਪਤਾ ਨਹੀਂ, ਇਹਦੇ ਬਾਰੇ ਤਾਂ ਉਹੀ ਦੱਸ ਸਕਣਗੇ। ਪਰ ਆਮ ਤੌਰ ਤੇ ਮੁੱਖ ਮੰਤਰੀ ਕਦੇ ਲੰਬੀ ਤਾਣ ਕੇ ਨਹੀਂ ਸੌਂਦੇ ਹੁੰਦੇ, ਮੇਰਾ ਮੰਨਣਾ। ਦੂਜੀ ਗੱਲ, ਪਿਛਲੇ ਦਿਨਾਂ ਦੇ ਵਿੱਚ ਮੀਡੀਆਈ ਜਾਂ ਜਰਨਲਿਸਟਿਕ ਅਪਰੋਚ ਇਹ ਸੀਗੀ, ਜਾਂ ਇੱਕ ਜਿਹੜੇ ਸਮੀਖਿਆਕਾਰ ਸੀ ਉਹਨਾਂ ਦੇ ਅੰਦਰ ਇਹ ਵੀ ਸੀ ਕਿ ਇਹ ਛੋਟੇ ਮੋਟੇ ਖੌਫ ਪੈਦਾ ਕਰਨ ਵਾਲੀਆਂ ਘਟਨਾਵਾਂ ਕਈ ਵਾਰੀ ਇਲੈਕਸ਼ਨ ਦੇ ਨਜ਼ਰੀਏ ਤੋਂ ਵੀ ਸਿੱਧਤ ਹੁੰਦੀਆਂ। ਇਹਦੇ ਵਿੱਚ ਕਈ ਕੁਝ ਸੋਚ ਕੇ ਅੱਗੇ ਤੁਰਿਆ ਜਾਂਦਾ ਕਿ ਇਹ ਹੋ ਸਕਦਾ ਕਿ ਕਿਸੇ ਤਰੀਕੇ ਨਾਲ ਨਤੀਜਿਆਂ ਨੂੰ ਪ੍ਰਭਾਵਿਤ ਕਰਨਾ ਜਾਂ ਕੁਝ ਹੋਰ, ਜਲੰਧਰ ਦੀ ਬਾਈਪੋਲ ਨੂੰ। ਪਰ ਹੁਣ ਤਾਂ ਉਹ ਵੀ ਲੰਘ ਗਈ ਸੀ, ਕੱਲ ਉਹ ਇਲੈਕਸ਼ਨ ਹੋ ਚੁੱਕੀ ਸੀਗੀ। ਫਿਰ ਦੂਜੀ ਗੱਲ ਇਹ ਹੈ ਕਿ ਆਖਰ ਲਗਭਗ ਦੁਨੀਆ ਭਰ ਦੇ ਵਿੱਚ ਇਹ ਉਹਨਾਂ ਸਥਾਨਾਂ 'ਚ ਆਉਂਦਾ ਜਿੱਥੇ ਸਭ ਤੋਂ ਵੱਧ ਸ਼ਰਧਾਵਾਨ ਆਉਂਦੇ ਨੇ, ਟੂਰਿਸਟ ਆਉਂਦੇ ਨੇ। ਇਸ ਜਗ੍ਹਾ ਨੂੰ ਟਾਰਗੇਟ ਕਰਕੇ ਲੋਕਾਂ ਦੇ ਅੰਦਰ ਖੌਫ ਪੈਦਾ ਕਰਕੇ ਆਉਣ ਜਾਣ ਵਾਲਿਆਂ ਦੀ ਗਿਣਤੀ ਨੂੰ ਘਟਾਉਣਾ, ਕਿਤੇ ਇਹ ਮੋਟਿਵ ਤਾਂ ਨਹੀਂ? ਤੇ ਜੇ ਮੋਟਿਵ ਹੈ ਤੇ ਕੀ ਦਾ ਮੋਟਿਵ ਹੈ? ਇਹ ਤਾਂ ਸਰਕਾਰਾਂ ਨੇ ਹੀ ਇਨਵੈਸਟੀਗੇਸ਼ਨ ਤੋਂ ਬਾਅਦ ਸਾਫ਼ ਕਰਨਾ ਹੈ ਕਿ ਇਹਦੇ ਪਿੱਛੇ ਤਾਕਤਾਂ ਕਿਹੜੀਆਂ ਸੀਗੀਆਂ। ਹੁਣ ਜੇ ਪਾਕਿਸਤਾਨ ਦੀ ਅਸਥਿਰਤਾ ਦੀ ਗੱਲ ਕਰੀਏ ਤੇ ਬਾਕੀ ਇਹਨਾਂ ਚੀਜ਼ਾਂ ਦੀ ਗੱਲ ਕਰੀਏ,
ਇਹਨਾਂ ਨੂੰ ਕਿਵੇਂ ਜੋੜਿਆ ਜਾਊਗਾ? ਇਹ ਕਨੈਕਸ਼ਨ ਆਮ ਤੌਰ ਤੇ ਸੌਖਾ ਹੀ ਹੁੰਦਾ, ਗਵਾਂਢੀ ਮੁਲਕ ਨੇ ਕੀਤਾ, ਉਹਨਾਂ ਨੇ ਕਰਾਇਆ ਜੀ, ਏਜੰਸੀਆਂ ਨੇ ਕਰਾਤਾ ਜੀ, ਗਵਾਂਢੀ ਮੁਲਕ ਦੀਆਂ ਨੇ, ਜਾਂ ਇਹ ਸਾਰੀਆਂ ਚੀਜ਼ਾਂ ਤਾਂ ਇੱਕ ਮੋਟੀ ਜੀ ਬਚ ਕੇ ਲੰਘਣ ਦੀ ਪ੍ਰਕਿਰਿਆ ਦਾ ਹਿੱਸਾ ਹੁੰਦਾ। ਭਾਸਕਰ ਸਾਹਿਬ, ਲੋਕ ਖੌਫਜ਼ਦਾ ਹੋਣ ਨਾ ਹੋਣ, ਸ਼ੱਕ ਜ਼ਰੂਰ ਕਰਦੇ ਆ ਕਿ ਆਖਰ ਕਿਸੇ ਇੱਕ ਧਿਰ ਨੂੰ, ਇੱਕ ਧਿਰ ਦੇ ਕਿਸੇ ਸਥਾਨ ਨੂੰ ਧਾਰਮਿਕ ਵਲਗਣਾ ਦੇ ਨਜ਼ਰੀਏ ਤੋਂ ਕਿਧਰੇ ਕੋਈ ਬਹੁਤ ਵੱਡੀ ਸਾਜ਼ਿਸ਼ ਦਾ ਇੱਕ ਛੋਟਾ ਜਿਹਾ ਤਰੀਕਾਕਾਰ ਤਾਂ ਨਹੀਂ, ਕਿਉਂਕਿ ਜਿਸ ਤਰੀਕੇ ਨਾਲ ਇਹਨੂੰ ਅੰਜਾਮ ਦਿੱਤਾ ਜਾ ਰਿਹਾ ਉਹਦੇ ਵਿੱਚ ਨਰੋਲ ਹਰ ਬੰਦੇ ਦੇ ਅੰਦਰ ਕਿ ਜਿਨ੍ਹਾਂ ਰਾਹਾਂ ਤੋਂ ਤੁਸੀਂ ਲੰਘ ਕੇ ਜਾਣਾ, ਜਿੱਥੇ ਤੁਸੀਂ ਜਾ ਰਹੇ ਹੋ ਉੱਥੇ ਤੁਸੀਂ ਸੁਰੱਖਿਅਤ ਨਹੀਂ ਹੋ, ਇਹ ਮੈਸੇਜ ਤਾਂ ਸਿੱਧਾ ਜਾ ਰਿਹਾ ਨਾ। ਘਰ ਦੇ ਜੀ ਇੱਕ ਦੂਜੇ ਨੂੰ ਕਹਿਣ ਲੱਗ ਪੈਂਦੇ, ਧਿਆਨ ਨਾਲ ਦੇਖ ਕੇ ਵੇਖਿਓ ਜ਼ਰਾ, ਬਹੁਤ ਸਾਰੇ ਲੋਕ ਸਵੇਰੇ 3 ਵਜੇ ਚਲੇ ਜਾਂਦੇ, ਉੱਥੇ 2:30 ਵਜੇ ਚਲੇ ਜਾਂਦੇ ਸੇਵਾ ਕਰਨ ਲਈ, ਅੱਧੀ ਰਾਤ ਨਾਲ ਉੱਥੇ ਜਿਹੜੇ ਫਰਸ਼ ਧੋ ਕੇ, ਉੱਥੇ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਸਾਫ਼ ਸਫਾਈ ਕਰਕੇ ਆਉਂਦੇ ਨੇ, ਔਰ ਇਹ ਸਾਰੀਆਂ ਚੀਜ਼ਾਂ ਇੱਕ ਰੂਟੀਨ ਦਾ ਹਿੱਸਾ ਨੇ। ਸੋ ਜੋ ਕੁਝ ਵਾਪਰ ਰਿਹਾ ਇਹਦੇ ਮੋਟਿਵ ਔਰ ਇਹਦੇ ਉੱਤੇ ਤੁਸੀਂ ਕੋਈ ਵੀ ਲਾਪਰਵਾਹੀ ਵਰਤ ਲੋਗੇ, ਕੋਈ ਨਹੀਂ ਚਲੋ ਫਿਰ ਕੀ ਹੋਇਆ, ਇਹਦਾ ਕਿਹੜਾ ਨੁਕਸਾਨ ਹੋਇਆ, ਇਸ ਤਰ੍ਹਾਂ ਦੀ ਅਪਰੋਚ ਨਹੀਂ ਲਈ ਜਾ ਸਕਦੀ। ਕੀ ਕਹਿੰਦੇ? ਬਿਲਕੁਲ, ਇੱਕ ਤਰੀਕੇ ਨਾਲ ਤੁਸੀਂ ਰੰਧਾਵਾ ਜੀ ਅਗਰ ਪੈਟਰਨ ਦੇਖੋ ਕਿ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ਾਂ ਲਗਾਤਾਰ ਹੋ ਰਹੀ ਹੈ। ਸੈਪਟੈਂਬਰ 2022 ਦੇ ਵਿੱਚ ਅੰਮ੍ਰਿਤਪਾਲ ਦਾ ਪੰਜਾਬ ਦੇ ਵਿੱਚ ਆਣਾ, ਔਰ ਪਿਛਲੇ 18 ਮਾਰਚ ਨੂੰ ਆਪਰੇਸ਼ਨ ਅੰਮ੍ਰਿਤਪਾਲ, ਉਸ ਤੋਂ ਬਾਅਦ ਸਾਰੀ ਅਖਬਾਰਾਂ, ਸਾਰਾ ਮੀਡੀਆ ਅੰਮ੍ਰਿਤਪਾਲ ਕਰ ਰਿਹਾ ਸੀਗਾ। ਹੁਣ ਬਿਲਕੁਲ ਉਹ ਇਸ਼ੂ ਅਖਬਾਰਾਂ ਦੇ ਵਿੱਚੋਂ ਗਾਇਬ ਹੋ ਗਿਆ। ਅੰਮ੍ਰਿਤਪਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈ, ਔਰ ਇਹ 3 ਬਲਾਸਟ। ਇਸ ਪੈਟਰਨ ਨੂੰ ਧਿਆਨ ਨਾਲ ਦੇਖੋਗੇ ਤੇ ਤੁਹਾਨੂੰ ਇਹ ਲੱਗੇਗਾ ਕਿ ਪੁਲਿਸ ਨੂੰ ਇੱਕ ਚੈਲੰਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜਦ ਵੀ ਇਹ ਬਲਾਸਟ ਹੁੰਦੇ ਨੇ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ, ਖਾਸ ਕਰਕੇ ਪੱਤਰਕਾਰਾਂ ਨੂੰ, ਇੱਕ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੀ ਕਾਲ ਜ਼ਰੂਰ ਆਉਂਦੀ ਹੈ, ਜਿਹੜੀ ਇੱਕ ਰਿਕਾਰਡਡ ਕਾਲ ਹੁੰਦੀ ਹੈ ਕਿ ਵੀ ਅੰਮ੍ਰਿਤਸਰ ਦੇ ਵਿੱਚ 2 ਧਮਾਕੇ ਹੋ ਗਏ, ਮੈਂ ਭਗਵੰਤ ਮਾਨ, ਯਾਨੀ ਉਹ ਲੀਡਰਾਂ ਨੂੰ ਚੈਲੰਜ ਕਰਦੇ ਨੇ। 2 ਧਮਾਕਿਆਂ ਦੇ ਬਾਅਦ ਏਦਾਂ ਦੇ ਫੋਨ ਆਏ ਸੀਗੇ। ਹੁਣ ਤੀਜੇ ਧਮਾਕੇ ਤੋਂ ਬਾਅਦ ਵੀ ਕਿ ਉਹ ਕਲੇਮ ਨਹੀਂ ਕਰਦੇ ਕਿ ਅਸੀਂ ਕਰਾਇਆ ਹੈ, ਪਰ ਇਹ ਜ਼ਰੂਰ ਕਹਿੰਦੇ ਨੇ ਕਿ ਅੰਮ੍ਰਿਤਸਰ ਦੇ ਵਿੱਚ 2 ਧਮਾਕੇ ਹੋ ਚੁੱਕੇ, ਔਰ ਪੰਨੂ ਉਹਨਾਂ ਦਾ ਇਹ ਕਹਿਣਾ ਕਿ ਵੀ ਅੱਗੇ ਚੱਲ ਕੇ ਹੋਰ ਧਮਾਕੇ ਹੋ ਸਕਦੇ ਨੇ। ਔਰ ਅੰਮ੍ਰਿਤਸਰ ਪੁਲਿਸ, ਪੂਰੀ ਪੰਜਾਬ ਪੁਲਿਸ, ਡੀਜੀਪੀ ਆਪ ਉਹਨਾਂ 2 ਧਮਾਕਿਆਂ ਦੀ ਇਨਵੈਸਟੀਗੇਸ਼ਨ ਦੇ ਵਾਸਤੇ ਚੇਚੇ ਤੌਰ ਤੇ ਅੰਮ੍ਰਿਤਸਰ ਜਾਂਦੇ ਨੇ। ਪੂਰੇ ਪੰਜਾਬ ਦੇ ਵਿੱਚ ਪੂਰੀ ਇਨਵੈਸਟੀਗੇਸ਼ਨ ਕਹਿ ਲਓ, ਸਰਚ ਕਹਿ ਲਓ, ਸਾਰੀ ਚੀਜ਼ਾਂ ਹੋਣ ਦੇ ਬਾਵਜੂਦ ਵੀ ਤੀਜਾ ਧਮਾਕਾ ਭਾਵੇਂ ਲੋ ਇੰਟੈਂਸਿਟੀ ਦਾ ਹੀ ਹੋਏ, ਉਹ ਆਪਣੇ ਆਪ ਵਿੱਚ ਪੁਲਿਸ ਨੂੰ ਇੱਕ ਚੁਣੌਤੀ ਦੇਣ ਵਾਲੀ ਗੱਲ ਹੈਗੀ ਹੈ। ਹੁਣ ਦੀਵਾਰਾਂ ਦੇ ਵਿੱਚ ਜਦ ਖਾਲਿਸਤਾਨ ਦੇ ਨਾਰੇ ਲੱਗਦੇ ਨੇ, ਉਹ ਵੀ ਇੱਕ ਚੁਣੌਤੀ ਵਾਲਾ ਕੰਮ ਹੁੰਦਾ ਹੈ। ਔਰ ਹੁਣ ਇਹਦੇ ਨਾਲ ਸਿੱਧਾ ਤੁਸੀਂ ਦੇਖੋ ਕਿ ਕੋਈ ਤਾਕਤ, ਕੋਈ ਸਾਜ਼ਿਸ਼ ਜਿਹਨੂੰ ਨਾਕਾਮਯਾਬ ਕਰਨ ਦੀ ਲੋੜ ਤੇ ਹੈਗੀ ਹੈ, ਔਰ ਆਪਣੀ ਇਨਵੈਸਟੀਗੇਸ਼ਨ ਦੇ ਸਿੱਟੇ ਤੱਕ ਨਾ ਪਹੁੰਚ ਪਾਣਾ ਪੁਲਿਸ ਦਾ, ਇਹ ਵੀ ਕਿਸੇ ਨਾ ਕਿਸੇ ਜਗ੍ਹਾ ਉਸ ਡਰ ਨੂੰ ਪੰਜਾਬ ਦੇ ਲੋਕਾਂ, ਜਦ ਏਦਾਂ ਦੇ ਬਲਾਸਟ ਹੁੰਦੇ ਆ ਰੰਧਾਵਾ ਜੀ, ਪੰਜਾਬ ਦੇ ਲੋਕ ਤਾਂ ਚਲੋ ਇਹਨੂੰ ਜਿਸ ਤਰੀਕੇ ਨਾਲ ਦੇਖਦੇ ਆ ਉਹ ਤੇ ਹੈ ਹੀ ਹੈ, ਪਰ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ, ਜਿਹੜੇ ਅੰਮ੍ਰਿਤਸਰ ਸਾਹਿਬ ਆਉਣਾ ਚਾਹੁੰਦੇ ਨੇ, ਉਹਨਾਂ ਦੇ ਵਿੱਚ ਜਿਹੜਾ ਡਰ ਫੈਲਦਾ ਹੈ, ਉਹ ਆਪਣੇ ਆਪ ਵਿੱਚ ਪੰਜਾਬ ਵਾਸਤੇ ਕੋਈ ਮਤਲਬ ਬਹੁਤ ਮਾੜੀ ਗੱਲ ਹੈਗੀ ਹੈ। ਔਰ ਪੰਜਾਬ ਦਾ ਇਹ ਅਕਸ ਦੂਜੇ ਸੂਬਿਆਂ ਦੇ ਵਿੱਚ ਬਣਨਾ, ਔਰ ਖਾਸ ਕਰਕੇ ਕੌਮਾਂਤਰੀ ਪੱਧਰ ਦੇ ਉੱਤੇ ਇਹਨਾਂ ਮੁੱਦਿਆਂ ਦੇ ਉੱਤੇ ਕਿਸ ਤਰੀਕੇ ਦਾ ਰਿਐਕਸ਼ਨ ਹੁੰਦਾ, ਇਹ ਸਾਰਾ ਇੱਕ ਬੜਾ ਬ੍ਰੌਡਰ ਇਸ਼ੂ ਹੈ। ਫਿਰ ਦੁਬਾਰਾ ਮੈਂ ਕਹੂੰਗਾ, ਭਾਵੇਂ ਲੋ ਇੰਟੈਂਸਿਟੀ ਦੇ ਹੀ ਬਲਾਸਟ ਸੀਗੇ, ਇਹ ਬਲਾਸਟ ਕਿੰਨੇ ਕੀਤੇ, ਇਹਦੇ ਪਿੱਛੇ ਕੀ ਸਾਜ਼ਿਸ਼ ਸੀ, ਹੁਣ ਤੱਕ ਤੇ ਪੁਲਿਸ ਨੂੰ ਕਾਮਯਾਬੀ ਮਿਲ ਜਾਣੀ ਚਾਹੀਦੀ ਸੀ, ਪਰ ਹਜੇ ਕਾਮਯਾਬੀ ਤੋਂ ਪਹੁੰਚਣ ਤੋਂ ਦੂਰ ਸੀ। ਤਦ ਤੀਜਾ ਬਲਾਸਟ ਹੋ ਜਾਣਾ, ਇਹ ਸਿੱਧੇ ਤੌਰ ਤੇ ਪੁਲਿਸ ਵਾਸਤੇ ਇੱਕ ਵੱਡੀ ਚੁਣੌਤੀ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੀ ਧਿਰ ਜਾਂ ਜਿਹੜੇ ਵਿਅਕਤੀ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ, ਉਹ ਅਜੇ ਵੀ ਇੱਥੇ ਨੇ, ਉਹ ਅਜੇ ਵੀ ਪੁਲਿਸ ਦੇ ਲਈ ਚੁਣੌਤੀ ਨੇ, ਜਾਂ ਪੁਲਿਸ ਦੀ ਨਜ਼ਰ ਤੋਂ ਦੂਰ ਨੇ, ਜਾਂ ਪੁਲਿਸ ਨੂੰ ਚੈਲੰਜ ਕਰ ਰਿਹਾ। ਉਹ ਇੱਕ ਤਰ੍ਹਾਂ ਨਾਲ ਪੂਰੀ ਪੁਲਿਸ ਪ੍ਰਸ਼ਾਸਨ ਨੂੰ ਚੁਣੌਤੀ ਦੇ ਰਿਹਾ, ਔਰ ਲਗਾਤਾਰ ਸਿਲਸਿਲੇਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਉੱਥੇ ਹੀ ਉਸੇ ਏਰੀਏ 'ਚ ਹੋ ਰਹੀਆਂ। ਇਹ ਬੜੀ ਚਿੰਤਾ ਦੀ ਗੱਲ ਆ। ਸਵਾਲ ਇਸ ਗੱਲ ਦਾ ਵੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਤਲਖੀ ਜਦੋਂ ਕੋਈ ਨਹੀਂ ਹੈ, ਕਿਸੇ ਤਰ੍ਹਾਂ ਦੀ ਕੋਈ ਭਾਈਚਾਰਿਆਂ 'ਚ ਤਲਖੀ ਨਹੀਂ, ਇੱਕ ਅਨਰੈਸਟ ਜ਼ਰੂਰ ਕਿਸਾਨ ਅੰਦੋਲਨ ਤੋਂ ਬਾਅਦ ਦੇਖੀ ਗਈ ਹੈ। ਸਿੱਖ ਮਾਮਲੇ ਐਡਰੈਸ ਨਾ ਹੋਣਾ, ਇਹ ਵੀ ਦੇਖਿਆ ਗਿਆ। ਇਸ ਸਰਕਾਰ ਦੀ ਕੁਝ ਉਦਾਸੀਨਤਾ ਵੀ ਦੇਖੀ ਗਈ ਹੈ। ਉਹ ਸਾਰੇ ਮਾਮਲਿਆਂ ਦੇ ਚੱਲਦਿਆਂ ਇਸ ਖਿੱਤੇ ਨੂੰ ਅਸਥਿਰ ਕਰਨ ਲਈ ਜੇਕਰ ਪਾਣੀ ਮਾਪਿਆ ਜਾ ਰਿਹਾ, ਜਾਂ ਕੋਈ ਕੋਸ਼ਿਸ਼ ਕਰ ਰਹੀ ਹੈ ਕਿ ਦੇਖੀਏ ਤਾਂ ਸਹੀ ਕਿ ਕਿੰਨਾ ਕੁ ਉਬਾਲ ਆਉਂਦਾ ਹੈ, ਇਹ ਕਿਹੜਾ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਕਰ ਰਹੀ, ਕਿਹੜੀ ਧਿਰ ਕਰ ਰਹੀ, ਕਿਹੜੀਆਂ ਧਿਰਾਂ ਕਰ ਰਹੀਆਂ ਨੇ, ਵਿਦੇਸ਼ੀ ਹੋਣ ਦੇਸੀ ਹੋਣ, ਕੌਣ ਕਰ ਰਿਹਾ, ਇਹਦੇ ਉੱਤੇ ਆਮ ਪੰਜਾਬੀਆਂ ਦੇ ਸਵਾਲ ਬਹੁਤ ਨੇ। ਹੁਣ ਚੱਲਦੇ ਆ ਆਪਾਂ ਦਿਨ ਵੇਲੇ ਨਜ਼ਰ ਰੱਖਾਂਗੇ
ਕਿ ਇਹਦੇ 'ਚ ਕੋਈ ਹੋਰ ਡਿਵੈਲਪਮੈਂਟ ਹੁੰਦੀ ਹੈ, ਪੁਲਿਸ ਦਾ ਪੱਖ ਆਉਂਦਾ ਹੈ, ਕੁਝ ਹੋਰ, ਉਹ ਤੁਹਾਡੇ ਨਾਲ ਕੁਦਰਤੀ ਤੌਰ ਤੇ ਉਹ ਤਾਂ ਪਲ ਦੀ ਪਲ 'ਚ ਤੁਹਾਡੇ ਨਾਲ ਸਾਂਝਾ ਹੋ ਜਾਂਦਾ। ਉਹਦੀ ਸਮੀਖਿਆ ਜ਼ਰੂਰ ਕਰਾਂਗੇ ਸ਼ਾਮ ਦੇ ਪ੍ਰੋਗਰਾਮ 'ਚ। ਪਰ ਇੰਦਰਪ੍ਰੀਤ ਜੀ, ਸਭ ਤੋਂ ਅਹਿਮ ਸਵਾਲ ਸੀ ਜਲੰਧਰ ਦੀ ਚੋਣ, ਨੱਕ ਦਾ ਸਵਾਲ ਸੀ, ਮੁੱਛ ਦਾ ਸਵਾਲ, ਕਿਉਂਕਿ ਇੱਥੋਂ ਸੱਤਾਧਾਰੀਆਂ ਦੀ ਸਰਵਾਈਵਲ ਦਾ ਵੀ ਮਾਮਲਾ, ਸੰਗਰੂਰ ਦੀ ਹਾਰ ਤੋਂ ਬਾਅਦ ਇਹ ਬਹੁਤ ਚੁਣੌਤੀਪੂਰਨ ਇਲੈਕਸ਼ਨ ਸੀਗੀ ਔਰ ਉਹਨਾਂ ਨੇ ਸਿਰ ਧੜ ਦੀ ਬਾਜੀ ਵੀ ਲਾਈ ਹੋਈ ਸੀ। ਮੈਂ ਤੁਹਾਡੇ ਕੋਲੋਂ ਚੰਡੀਗੜ੍ਹ ਦੇ ਗਲਿਆਰੇ ਜਿਹੜੇ ਸੱਤਾ ਦੇ, ਉਹਨਾਂ ਦੀਆਂ ਕਨਸੋਆਂ, ਜਰਨਲਿਸਟਿਕ ਨਜ਼ਰੀਆ ਜਿਹੜੇ ਇੱਥੋਂ ਰਿਪੋਰਟ ਕਰਕੇ ਗਏ ਜਾਂ ਜਿਨ੍ਹਾਂ ਨੇ ਸਾਰਾ ਇਹਨੂੰ ਰਿਪੋਰਟ ਕੀਤਾ, ਤੇ ਉਹ ਲੋਕ ਜਿਹੜੇ ਦੂਰੋਂ ਬੈਠ ਕੇ ਇਹਨੂੰ ਦੇਖ ਰਹੇ ਆ, ਤੇ ਉਹਨਾਂ ਸਾਰਿਆਂ ਦੀ ਰਾਏ ਦੇ ਵਿੱਚ ਇਸ ਇਲੈਕਸ਼ਨ ਨੂੰ ਤੁਸੀਂ ਕਿਵੇਂ ਦੇਖਿਆ? ਰੰਧਾਵਾ ਸਾਹਿਬ, ਜਿਵੇਂ ਅਸੀਂ ਕੱਲ ਇੱਕ ਚਰਚਾ ਕਰ ਰਹੇ ਸੀਗੇ ਕਿ ਇੱਕ ਇੰਦਰਪ੍ਰੀਤ ਜੀ, ਇੱਕ ਖਬਰ ਆ ਰਹੀ ਹੈ, ਆਪਾਂ ਸਾਂਝੀ ਕਰ ਲਈਏ, ਪਹਿਲੀ ਖਬਰ ਦੇ ਨਾਲ ਹੀ ਜੁੜਦੀ ਹੈ। ਉਹਦੇ ਵਿੱਚ ਡੀਜੀਪੀ ਇੱਕ ਬਿਆਨ ਜਾਰੀ ਕਰਕੇ ਕਹਿ ਰਹੇ ਨੇ ਕਿ ਅੰਮ੍ਰਿਤਸਰ ਧਮਾਕੇ ਦੀ ਕਥਿਤ ਸਾਜ਼ਿਸ਼ ਰਚਣ ਵਾਲੇ 5 ਸਾਜ਼ਿਸ਼ਕਾਰਾਂ ਨੂੰ ਕਾਬੂ ਕਰ ਲਿਆ ਗਿਆ। ਧਮਾਕੇ ਪਿੱਛੇ ਮਕਸਦ ਸ਼ਾਂਤੀ ਭੰਗ ਕਰਨਾ ਸੀ। ਧਮਾਕੇ 'ਚ ਪਟਾਕਿਆਂ 'ਚ ਵਰਤਿਆ ਜਾਣ ਵਾਲਾ ਵਿਸਫੋਟਕ ਲਗਾਇਆ ਗਿਆ ਸੀ। ਉਹਨਾਂ ਦੱਸਿਆ ਕਿ ਪੁਲਿਸ ਜਲਦ ਹੀ ਇਸ ਮਾਮਲੇ ਸੰਬੰਧੀ ਪ੍ਰੈਸ ਕਾਨਫਰੰਸ ਕਰੇਗੀ। ਚਲੋ, ਇਹ ਚੰਗੀ ਗੱਲ ਆ ਔਰ ਇਹ ਬੜੇ ਢੁਕਵੇਂ ਸਮੇਂ ਤੇ ਡੀਜੀਪੀ ਸਾਹਿਬ ਦਾ ਬਿਆਨ ਆਇਆ। ਕੁਦਰਤੀ ਤੌਰ ਤੇ ਉਹ ਵਿਅਕਤੀ ਜਿਹੜੇ ਆ ਉਹ ਪਹਿਲਾਂ ਹੀ ਗ੍ਰਿਫਤਾਰ ਕੀਤੇ ਹੋਣਗੇ, ਕੱਲ ਕੀਤੇ ਹੋਣਗੇ, ਪਰਸੋਂ ਕੀਤੇ ਹੋਣਗੇ, ਪਰ ਇਹ ਜਦੋਂ ਇੱਕ ਹੋਰ ਧਮਾਕੇ ਦੀ ਖਬਰ ਆ ਰਹੀ ਸੀ, ਉਸ ਮੌਕੇ ਤੇ ਸਾਜਰੇ ਹੁਣ ਡੀਜੀਪੀ ਸਾਹਿਬ ਜੇ ਇਹ ਗੱਲ ਕਹਿ ਰਹੇ ਆ, ਤੇ ਉਮੀਦ ਕਰਦੇ ਆ ਕਿ ਦਿਨ ਚੜ੍ਹਦੇ ਆ 11-12 ਵਜੇ ਤੱਕ ਪੁਲਿਸ ਦੀ ਪ੍ਰੈਸ ਕਾਨਫਰੰਸ ਕਾਫੀ ਖੁਲਾਸੇ ਕਰੇਗੀ। ਸ਼ਾਂਤੀ ਭੰਗ ਕਰਨ ਦਾ ਮਕਸਦ ਤਾਂ ਸਾਫ਼ ਨਜ਼ਰ ਆ ਰਿਹਾ ਸੀ, ਕਿ ਇਸ ਤੋਂ ਵੱਡਾ ਮਕਸਦ ਵੀ, ਜਾਂ ਇਹ ਕੌਣ ਲੋਕ ਨੇ ਜਾਂ ਕੌਣ ਪਿੱਛੇ ਕਰਵਾ ਰਹੇ ਇਹਨਾਂ ਤੋਂ, ਇਹ ਬੜਾ ਅਹਿਮ ਸਵਾਲ ਹੋਊਗਾ। ਹਾਂਜੀ ਇੰਦਰਪ੍ਰੀਤ ਜੀ, ਤੁਸੀਂ ਹੁਣ ਜਲੰਧਰ ਦੀ ਇਲੈਕਸ਼ਨ ਬਾਰੇ ਗੱਲ ਕਰ ਰਹੇ ਸੀ। ਜੀ ਰੰਧਾਵਾ ਸਾਹਿਬ, ਜਿਵੇਂ ਅਸੀਂ ਕੱਲ ਇੱਕ ਚਰਚਾ ਕਰ ਰਹੇ ਸੀਗੇ ਕਿ ਕਾਂਟੇ ਦੀ ਟੱਕਰ ਹੈ, ਤਾਂ ਜਿਹੜਾ ਮਤਦਾਨ ਹੈ ਉਹ ਜ਼ਿਆਦਾ ਹੋਏਗਾ, ਪਰ ਇਹ ਨਜ਼ਰ ਨਹੀਂ ਆਇਆ। ਇਹ ਪਿਛਲੀਆਂ 3 ਇਲੈਕਸ਼ਨਾਂ ਜਿਹੜੀਆਂ ਮੈਂ ਦੇਖੀਆਂ ਨੇ, 2009, 2014 ਤੇ 2019, ਜੇ ਉਹ ਪਾਰਲੀਮੈਂਟ ਦੇ ਅਸੀਂ ਕਰੀਏ ਤਾਂ ਉਹਨਾਂ ਦੇ ਮੁਕਾਬਲੇ 'ਚ ਬਹੁਤ ਥੱਲੇ ਚਲਾ ਗਿਆ। 54% ਸਾਰੀ ਵੋਟਿੰਗ ਹੋਈ ਹੈ, ਔਰ ਜਿਹੜੀ ਪਹਿਲਾਂ 2009 ਔਰ 2014 ਵਾਲੇ 'ਚ 67% ਹੁੰਦੀ ਰਹੀ ਹੈ। ਲਾਸਟ ਵਾਲਾ 63 ਲਾ ਲਓ, ਉਹ ਵੀ ਘੱਟ ਸੀਗਾ, ਲੇਕਿਨ ਉਹ ਪਹਿਲਾਂ 67 ਤੱਕ ਵੀ ਜਾਂਦੇ ਰਹੇ ਹੈ। ਔਰ ਮੁੱਖ ਮੰਤਰੀ ਦਾ ਤੁਸੀਂ ਦੇਖੋ, ਕੱਲ ਲਗਾਤਾਰ ਹਰ 2 ਜਾਂ 3 ਘੰਟੇ ਬਾਅਦ ਟਵੀਟ ਆਇਆ। ਕਦੀ ਉਹ ਬਿਜਲੀ ਵਾਲੇ ਮੁੱਦੇ ਤੇ ਕਹਿ ਦਿੰਦੇ ਆ ਕਿ ਹੈਲਥ ਵਾਲੇ ਮੁੱਦੇ ਤੇ ਕਹਿ ਦਿੰਦੇ ਆ ਕਿ ਵੋਟਾਂ ਪਾਓ, ਕਦੀ ਕਹਿ ਦਿੰਦੇ ਆ ਕਿ ਸਾਨੂੰ ਬੜੀ ਲੱਖਾਂ ਲੋਕਾਂ ਦੀ ਕੁਰਬਾਨੀ ਦੇ ਕੇ ਇਹ ਮਿਲੀ ਹੈ ਵੋਟ ਦਾ ਅਧਿਕਾਰ, ਉਹਦੇ ਕਰਕੇ ਵੋਟ ਪਾਓ, ਤੇ ਕਦੀ ਕਹਿ ਦਿੰਦੇ ਆ ਵੀ ਤੁਸੀਂ ਲਾਸਟ ਤੱਕ ਲੱਗੇ ਰਹੋ ਲਾਈਨ 'ਚ, ਕੋਈ ਚੱਕਰ ਨਹੀਂ, 6 ਵਜੇ ਤੋਂ ਪਹਿਲਾਂ ਲਾਈਨ 'ਚ ਲੱਗ ਜਾਓ, ਤੁਹਾਡੀ ਵੋਟ ਕਾਸਟ ਹੋਏਗੀ। ਇਸ ਤੋਂ ਬਾਵਜੂਦ ਵੀ ਜਲੰਧਰੀਆਂ ਨੇ ਉਹਨਾਂ ਦੀ ਸੁਣੀ ਨਹੀਂ, ਔਰ ਵੋਟਿੰਗ ਪਰਸੈਂਟੇਜ ਜਿਹੜੀ ਹੈ ਉਹ ਮਿਨੀਮਮ ਹੀ ਰਹਿ ਗਈ, 54%। ਪਿਛਲੇ ਇਲੈਕਸ਼ਨਸ 'ਚ ਵੀ ਜਿਹੜਾ ਸੰਗਰੂਰ ਵਾਲਾ ਹੋਇਆ ਸੀ, ਉਹਦੇ ਵਿੱਚ ਵੀ ਇਹੀ ਇੱਕ ਪ੍ਰੋਬਲਮ ਸੀ ਵੀ ਉੱਥੇ ਵੀ 45% ਹੀ ਸਿਰਫ ਜਿਹੜੀ ਹੈਗੀ ਆ ਉਹ ਵੋਟਿੰਗ ਹੋਈ ਸੀ। ਤਾਂ ਉਦੋਂ ਜਦੋਂ ਪੁੱਛਿਆ ਸੀ ਉਹਨਾਂ ਨੂੰ, ਤਾਂ ਸੀਐਮ ਸਾਹਿਬ ਕਹਿ ਰਹੇ ਸੀਗੇ ਕਿ ਜਿਹੜੇ ਲੋਕ ਨੇ ਉਹ ਖੇਤੀ 'ਚ ਲੱਗੇ ਹੋਏ ਨੇ, ਕੋਈ ਮਤਲਬ ਆਪਣੀ ਪੈਡੀ ਸੋਇੰਗ ਕਰ ਰਿਹਾ ਜਾਂ ਕੁਝ ਕਰ ਰਿਹਾ, ਇਸ ਕਰਕੇ ਥੋੜਾ ਜਿਹੀ ਘੱਟ ਹੈ, ਤੇ ਪਰ ਜਿੱਤਾਂਗੇ ਅਸੀਂ ਹੋਈ। ਪਰ ਉਹਨਾਂ ਨੂੰ ਉੱਥੇ ਤਾਂ ਨਿਰਾਸ਼ਾ ਹੀ ਮਿਲੀ ਸੀ। ਹੁਣ ਵੀ ਇਲੈਕਸ਼ਨ ਉਨੀ ਘੱਟ ਹੋਈ ਹੈ, ਤੇ ਹੁਣ ਉਹਨਾਂ ਦੇ ਹੱਥ ਨਿਰਾਸ਼ਾ ਲੱਗੇਗੀ, ਜਾਂ ਪਹਿਲੀ ਵਾਰ ਕੋਈ ਉਹਨਾਂ ਦਾ ਇੱਕ ਹੋਰ ਬੰਦਾ ਲੋਕ ਸਭਾ ਦੇ ਵਿੱਚ ਦਾਖਲ ਹੋ ਜਾਏਗਾ, ਇਹ ਦੇਖਣ ਵਾਲੀ ਗੱਲ ਹੋਏਗੀ। ਪਰ ਜਿੰਨੀ ਕੀ ਵੋਟ ਮਤਲਬ ਆ ਰਹੀਆਂ ਰਿਪੋਰਟਸ, ਖਾਸ ਤੌਰ ਤੇ ਮੈਂ ਸਿਰਫ ਉਹਨਾਂ ਦੀ ਗੱਲ ਕਰੂੰਗਾ ਜੋ ਲੋਕ ਉੱਥੇ ਜਾ ਕੇ ਆਏ ਹੈ, ਸਿਰਫ ਉਹ ਜਾਂ ਬਿਊਰੋਕਰੇਟਸ ਜੋ ਮਤਲਬ ਆਪਣੇ ਕੁਲੀਗਸ ਨਾਲ ਜਿਹੜੇ ਉੱਥੇ ਹੈਗੇ ਨੇ, ਉਹਨਾਂ ਨਾਲ ਗੱਲਾਂ ਕਰਕੇ ਉਹ ਲੈ ਰਹੇ, ਤੇ ਉਹਨਾਂ ਦਾ ਮੰਨਣਾ ਇਹ ਹੈ ਕਿ ਲੱਗ ਇਹ ਰਿਹਾ ਹੈ ਕਿ ਲੋਕ ਆਮ ਆਦਮੀ ਪਾਰਟੀ ਨੂੰ ਕਿਸੇ ਖਾਸ ਖਿੱਤੇ ਨੇ ਵੋਟ ਨਹੀਂ ਪਾਈ। ਸਪੋਜ਼ ਕੋਈ ਇੱਕ ਦਲਿਤ ਫੈਕਟਰ ਹੈ ਜਿਹੜਾ ਕਿ ਬਹੁਤ ਜ਼ਿਆਦਾ ਹੈ ਇਸ ਸੀਟ ਦੇ ਉੱਤੇ, ਉਹ ਐ ਨਹੀਂ ਕਿ ਨਿੱਠ ਕੇ ਆਮ ਆਦਮੀ ਪਾਰਟੀ ਦੇ ਉੱਤੇ ਚੜ ਗਿਆ ਜਾਂ ਉਹ ਕਾਂਗਰਸ ਉੱਤੇ, ਉਹ ਬਹੁਤ ਜ਼ਿਆਦਾ ਉਹਨਾਂ ਨੇ ਕਾਂਗਰਸ ਜਾਂ ਜਿਹੜੇ ਬੀਜੇਪੀ ਹੈ ਜਾਂ ਹੋਰ ਪਾਰਟੀਆਂ ਨੂੰ ਵੀ ਪਾਈ ਹੈ, ਕਿਉਂਕਿ ਉਹਨਾਂ ਦੇ ਜਿਹੜੇ ਅਕਾਲੀ ਦਲ ਦੇ ਵੀ ਜਿਹੜੇ ਕੈਂਡੀਡੇਟ ਹੈ ਉਹ ਵੀ ਬਸਪਾ ਤੋਂ ਆਏ ਆ, ਉਹਨਾਂ ਨੂੰ ਪਾਈ ਹੈ। ਆਮ ਆਦਮੀ ਪਾਰਟੀ ਨੂੰ ਉਹਨਾਂ ਦਾ ਰੁਝਾਨ ਉਹਨਾਂ ਨੇ ਘੱਟ ਦਿਖਾਇਆ। ਇਸੇ ਤਰ੍ਹਾਂ ਹੀ ਜਿਹੜੇ ਸ਼ਹਿਰ ਦਾ ਹਿੰਦੂ ਹੈ, ਖਾਸ ਤੌਰ ਤੇ ਜਿਹੜੀਆਂ ਜਲੰਧਰ ਦੀਆਂ ਮੇਨ 3 ਸੀਟਾਂ ਹੈਗੀਆਂ ਨੇ,
ਜਿੱਥੇ ਬੀਜੇਪੀ ਬਹੁਤ ਨਿੱਠ ਕੇ ਲੜਦੀ ਹੈ, ਉਹ ਸੀਟਾਂ ਤੇ VOTING ਅੱਛੀ ਹੋਈ ਹੈ ਔਰ ਉਹ ਇਹ ਕਹਿ ਰਹੇ ਕਿ ਇਹ ਬੀਜੇਪੀ ਨੂੰ ਹੋਈ ਹੈ। ਇਸੇ ਕਰਕੇ ਜੋ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਵੀ ਬੀਜੇਪੀ ਚੌਥੇ ਨੰਬਰ ਤੇ ਖੜੀ ਹੈ, ਉਹ ਕੱਲ ਇਹ ਗੱਲਾਂ ਕਰ ਰਹੇ ਸੀ ਕਿ ਬੀਜੇਪੀ ਦੂਜੇ ਨੰਬਰ ਤੇ ਵੀ ਆ ਸਕਦੀ ਹੈ। ਸੋ ਇਹ ਇੱਕ ਮੈਨੂੰ ਬਦਲਾਅ ਜਿਹਾ ਕੱਲ ਦੇਖਿਆ। ਜੇ ਉਹ ਵੋਟ ਜ਼ਿਆਦਾ ਉਧਰ ਪੈ ਗਈ ਹੈ, ਆਮ ਆਦਮੀ ਪਾਰਟੀ ਦੀ ਬਜਾਏ ਬੀਜੇਪੀ ਨੂੰ ਪੈ ਗਈ ਹੈ, ਤਾਂ ਮੈਨੂੰ ਲੱਗਦਾ ਕਿ ਉਹਦਾ ਇੱਕ ਅਸਰ ਜ਼ਰੂਰ ਨਜ਼ਰ ਆਏਗਾ ਇਹਦੇ ਵਿੱਚ। ਇਸੇ ਤਰ੍ਹਾਂ ਹੀ ਜਿਹੜੀਆਂ ਹੋਰ 2 ਸੀਟਾਂ ਨੇ ਰੂਰਲ ਸੈਕਟਰ ਦੇ ਵਿੱਚ ਅਕਾਲੀ ਦਲ ਨੂੰ ਵੋਟ ਮਿਲੀ ਹੈ, ਇਹ ਵੀ ਮਤਲਬ ਆਈਆਂ ਨੇ ਖਬਰਾਂ ਕਿ ਉੱਥੇ ਉਹਨਾਂ ਨੂੰ ਮਿਲੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਦਿੱਕਤ ਸਿਰਫ ਇੱਕ ਇਹ ਸੀਗੀ ਕਿ ਉਹਨਾਂ ਕੋਲੇ ਇੱਕ ਆਪਣਾ ਕਮਿਟਡ ਵੋਟ ਬੈਂਕ ਤੇ ਕਾਡਰ ਨਹੀਂ ਹੈ। ਉਹ ਜਿਹੜੀ ਪਿੱਛੇ ਤੁਸੀਂ ਦੇਖਿਆ ਹੋਣਾ, ਉਹ ਸਾਰੀਆਂ ਪਾਰਟੀਆਂ ਜੋ ਕੋਈ ਇਧਰੋਂ ਆ ਗਏ ਕੋਈ ਉਧਰੋਂ ਨਿਰਾਸ਼ ਹੋਏ ਲੋਕ ਜਿਹੜੇ ਦੂਸਰੀਆਂ ਪਾਰਟੀਆਂ ਦੇ ਸੀ, ਉਹ ਆਮ ਆਦਮੀ ਪਾਰਟੀ ਸ਼ਾਮਲ ਹੋਏ ਸੀਗੇ ਤੇ ਉਹ ਕਹਿੰਦੇ ਕਿ ਹੁਣ ਹੌਲੀ ਹੌਲੀ ਵਾਪਸ ਚਲੇ ਗਏ ਆ। ਤੇ ਇਸ ਕਰਕੇ ਬਹੁਤ ਸਾਰੇ ਜਿਹੜੇ ਬੂਥ ਹੈਗੇ ਆ ਉੱਥੇ ਬੈਠਣ ਲਈ ਵੀ ਆਮ ਆਦਮੀ ਕੋਲੇ ਹੈ ਨਹੀਂ ਸੀ। ਇਸ ਕਰਕੇ ਬਾਹਰ ਦੇ ਉਮੀਦਵਾਰ ਜਿਹੜੇ ਹੈਗੇ ਆ ਜਾਂ ਨੇਤਾ ਜਾਂ ਈਵਨ ਵਿਧਾਇਕ ਉੱਥੇ ਬਿਠਾਏ ਗਏ, ਜਿਹਦੇ ਕਰਕੇ ਕੱਲ ਬਹੁਤ ਰੌਲਾ ਵੀ ਪਿਆ ਹੈਗਾ। MLAs ਦੇ ਪਰਚਾ ਵੀ ਦਰਜ ਹੋਇਆ, ਜ਼ਮਾਨਤ ਤੇ ਛੱਡੇ ਗਏ ਆ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਮੈਨੂੰ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਸ਼ਾਇਦ ਨਿਰਾਸ਼ਾ ਹੋਏਗੀ। ਹਾਲਾਂਕਿ ਜਿਹੜੇ ਜਲੰਧਰ, ਜਿਵੇਂ ਭਾਸਕਰ ਸਾਹਿਬ ਹੈ ਜਲੰਧਰ ਹੀ ਰਹਿੰਦੇ ਹੈ, ਹੋ ਸਕਦਾ ਜੀ ਉਹਨਾਂ ਦੀ ਰਾਏ ਮੇਰੇ ਤੋਂ ਡਿਫਰੈਂਟ ਹੋਏ ਕਿਉਂਕਿ ਉਹ ਲੋਕਲ ਬੈਠੇ ਹੈ ਔਰ ਲੋਕਲ ਬੰਦੇ ਨੂੰ ਜ਼ਿਆਦਾ ਪਤਾ ਹੁੰਦਾ। ਮੈਂ ਸਿਰਫ ਉਹ ਗੱਲਾਂ ਦੱਸ ਰਿਹਾ ਜੋ ਮੈਨੂੰ ਬਿਊਰੋਕ੍ਰੇਸੀ ਤੋਂ ਜਾਂ ਉੱਥੇ ਦੇ ਰਿਪੋਰਟਰ ਜਿਹੜੇ ਪਿਛਲੇ 5-7 ਦਿਨ ਤੋਂ ਲਗਾਤਾਰ ਰਿਪੋਰਟਿੰਗ ਕਰ ਰਿਹਾ ਡਿਫਰੈਂਟ ਕੰਸਟੀਚੁਐਂਸੀ 'ਚ, ਉਹਨਾਂ ਤੋਂ ਜੋ ਗੱਲ ਹੋਈ ਹੈ ਉਹਨਾਂ ਦੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਨਿਰਾਸ਼ਾ ਹੋਈ। ਤੁਹਾਡੇ ਲਫ਼ਜ਼ਾਂ ਦੇ ਵਿੱਚ ਕਿ ਜਿਹੜੇ ਵਲੰਟੀਅਰ ਦੂਜੀਆਂ ਪਾਰਟੀਆਂ ਚੋਂ ਆਏ ਸੀ ਉਹ ਚਲੇ ਗਏ ਆ, ਹੁਣ ਇਹਨਾਂ ਕੋਲ ਉਸ ਤਰ੍ਹਾਂ ਦਾ ਸੰਗਠਨ ਨਹੀਂ। ਜੇ ਕੋਈ ਪਾਰਟੀ ਸੱਤਾ 'ਚ ਹੋਵੇ ਔਰ ਉਹਦੇ ਕੋਲ ਸਾਲ ਦਾ ਸਮਾਂ ਹੋਵੇ, 4 ਮਹੀਨੇ ਤੋਂ ਉਹਨੂੰ ਪਤਾ ਹੋਵੇ ਕਿ ਇਲੈਕਸ਼ਨ ਹੋਣ ਵਾਲੀ ਹੈ, ਜੇਕਰ ਉਹ ਬੂਥ ਲੈਵਲ ਤੱਕ ਆਪਣਾ ਸਿਸਟਮ ਨਹੀਂ ਬਣਾ ਸਕੇ ਤਾਂ ਮੇਰੇ ਖਿਆਲ ਇਹੋ ਜਿਹੀ ਪਾਰਟੀ ਦਾ ਭਵਿੱਖ ਕਿੰਨਾ ਕੁ ਬਿਹਤਰ ਹੋ ਸਕਦਾ ਇਹ ਤਾਂ ਉਹ ਹੀ ਦੱਸ ਸਕਦੇ ਆ। ਇਹਦਾ ਮਤਲਬ ਕਿ ਸੰਗਠਨ ਦੇ ਨਾਮ ਥੱਲੇ ਕੁਝ ਵੀ ਨਹੀਂ, ਸਿਰਫ ਸਰਕਾਰ ਆ ਤੇ ਜਿਹੜਾ ਇੱਕ ਪੁਲ ਦਾ ਕੰਮ ਹੋਣਾ ਹੁੰਦਾ ਉਹ ਉੱਥੇ ਮਿਸਿੰਗ ਆ। ਜਿੰਨਾ ਚਿਰ ਇਹ ਸੰਗਠਨ ਨਹੀਂ ਕਾਰਪੋਰੇਸ਼ਨ ਨਹੀਂ, ਇਹਦੇ 'ਚ ਦਿੱਕਤ ਰੰਧਾਵਾ ਸਾਹਿਬ ਇੱਕ ਇਹ ਹੁੰਦੀ ਹੈ ਕਿ ਜਦੋਂ ਕੋਈ ਵੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਉਦੋਂ ਸੰਗਠਨ ਹਮੇਸ਼ਾ ਕਮਜ਼ੋਰ ਹੀ ਹੋ ਜਾਂਦੇ ਨੇ, ਕਿਉਂਕਿ ਸਾਰਾ ਕੇਂਦਰ ਜਿਹੜਾ ਹੁੰਦਾ ਹੈ ਉਹ ਸਰਕਾਰ ਹੋ ਜਾਂਦੀ ਹੈ। ਜੇ ਚਾਹੇ ਆਪਣੇ ਕਾਡਰ ਹੋਣ ਜਾਂ ਉਹਨਾਂ ਦੇ ਨਾਲ ਸਮਰਥਕ ਹੋਣ ਜਾਂ ਕੋਈ ਵੀ ਹੋਵੇ, ਉਹ ਸਰਕਾਰ ਦੇ ਵਾਲੇ ਪਾਸੇ ਜ਼ਿਆਦਾ ਚਲੇ ਜਾਂਦੇ ਆ, ਸੰਗਠਨ ਨਾਲ ਉਹ ਗੱਲਾਂ ਘੱਟ ਕਰਦੇ ਆ। ਸੋ ਮੈਨੂੰ ਲੱਗਦਾ ਕਿ ਇਹੀ ਆਮ ਆਦਮੀ ਪਾਰਟੀ ਨਾਲ ਵੀ ਹੋ ਰਿਹਾ ਹੈ। ਸੰਗਠਨ ਉਹਨਾਂ ਮਜ਼ਬੂਤ ਨਹੀਂ ਹੋ ਪਾ ਰਿਹਾ ਥੱਲੇ ਤੱਕ ਜਿਹੜਾ ਕਿ ਹੋ ਜਾਣਾ ਚਾਹੀਦਾ ਹੁਣ ਤੱਕ। ਹਜੇ ਤੱਕ ਦੇਖੋ ਪ੍ਰਧਾਨ ਦੀ ਬਹੁਤ ਲੰਬੇ ਟਾਈਮ ਤੋਂ ਚੱਲਦੀ ਰਹੀ ਹੈ ਇਹਨਾਂ ਦੀ ਗੱਲ ਵੀ, ਹਜੇ ਤੱਕ ਪ੍ਰਧਾਨ ਵੀ ਇਹਨਾਂ ਨੇ ਨਹੀਂ ਬਦਲਿਆ ਕਿਉਂਕਿ ਮੁੱਖ ਮੰਤਰੀ ਤੇ ਪ੍ਰਧਾਨ ਇੱਕੋ ਹੀ ਬੰਦਾ ਹੈ। ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਥੱਲੇ ਜ਼ਿਲ੍ਹਾ ਲੈਵਲ ਤੇ ਵੀ ਇਸੇ ਤਰ੍ਹਾਂ ਦੀ ਹੈ। ਨਵਾਂ ਸੰਗਠਨ ਬਣਾਉਣ ਦੀ ਗੱਲਾਂ ਸੰਦੀਪ ਪਾਠਕ ਹੋਣੀ ਬੜੇ ਲੰਬੇ ਸਮੇਂ ਤੋਂ ਚਰਚਾ ਕਰ ਰਹੇ ਕਿ ਅਸੀਂ ਜਲਦੀ ਬਣਾ ਰਹੇ, ਪਰ ਹਜੇ ਤੱਕ ਹੋਇਆ ਨਹੀਂ ਹੈ। ਉਹਦਾ ਕਾਰਨ ਵੀ ਬੇਸਿਕਲੀ ਇਹੀ ਹੁੰਦਾ। ਜੇ ਸੰਗਠਨ ਹੋਵੇ ਤੇ ਕਮਜ਼ੋਰ ਵੀ ਹੋ ਜਾਏ, ਜੇ ਤੇ ਸੰਗਠਨ ਬਣਾਉਣਾ ਸੀ, ਗੱਲ ਇਹ ਆ ਨਾ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਦਰੁਸਤ ਹੈ ਕਿ ਸੰਗਠਨ ਕਮਜ਼ੋਰ ਹੋ ਜਾਂਦੇ ਆ। ਉਹ ਟੋੜਾ ਸਾਹਿਬ ਨੇ ਬਾਦਲ ਸਾਹਿਬ ਨੂੰ ਕਿਹਾ ਸੀ ਬਹੁਤ ਪਹਿਲਾਂ ਵੀ ਤੁਸੀਂ ਮੁੱਖ ਮੰਤਰੀ ਹੋ, ਆਪਣਾ ਹੀ ਬੰਦਾ ਕੋਈ ਪ੍ਰਧਾਨ ਲਾ ਦਿਓ, ਕਿਉਂਕਿ ਪਾਰਟੀ ਨੇ ਅੰਦੋਲਨਾਂ 'ਚ ਵੀ ਜਾਣਾ ਹੁੰਦਾ। ਜੋ ਮੁੱਖ ਮੰਤਰੀ ਕਿਸੇ ਵੇਲੇ ਕੇਂਦਰ ਦੇ ਖਿਲਾਫ ਵੀ ਨਹੀਂ ਖੜਾ ਹੋ ਸਕਦਾ, ਪਾਰਟੀ ਪ੍ਰਧਾਨ ਤੇ ਹੋ ਸਕਦਾ। ਅਗਲਾ ਨੇ ਟੋੜਾ ਸਾਹਿਬ ਨੂੰ ਚੁੱਕ ਕੇ ਬਾਹਰ ਸੁੱਟਤਾ ਸੀ। ਫਿਰ ਅਕਾਲੀਆਂ ਦੀ ਉਸ ਰਜੀਮ ਤੇ ਭਗਵੰਤ ਮਾਨ ਕੇਜਰੀਵਾਲ ਸਾਹਿਬ 'ਚ ਫਰਕ ਕੀ ਹੈ? ਇਹ ਵੀ ਤਾਂ ਕੁਰਸੀ ਨੂੰ ਹੱਥ ਪਾ ਕੇ ਰੱਖਦੇ ਆ। ਉਂਝ ਜਥੇਦਾਰ ਕਹਿੰਦੇ ਹੁੰਦੇ ਸੀ ਕੁਰਸੀ ਦਾ ਮਾਮਲਾ ਹੀ ਇਦਾਂ ਦਾ ਵੀ ਇੱਕ ਹੱਥ ਪੱਗ ਨੂੰ ਤੇ ਇੱਕ ਕੁਰਸੀ ਨੂੰ। ਇੱਥੇ ਵੀ ਇਹੋ ਹੀ ਰੌਲੇ ਆ ਵੀ ਜੇ ਕੋਈ ਹੋਰ ਤਾਕਤਵਰ ਆ ਗਿਆ ਮੇਰਾ ਕੀ ਬਣੂ। ਖੈਰ ਭਾਸਕਰ ਸਾਹਿਬ, ਹੁਣ ਤੁਸੀਂ ਆਪਣਾ ਅਨੁਭਵ ਦੱਸੋ, ਜਲੰਧਰ 'ਚ ਬੈਠੇ ਹੋ, ਤੁਸੀਂ ਜੋ ਹੱਡੀ ਹੰਡਾਇਆ, ਤੁਸੀਂ ਪਹਿਲੀ ਗੱਲ ਤਾਂ ਇਹ ਦੱਸਣਾ ਨਹੀਂ ਕਿ ਤੁਸੀਂ ਵੋਟ ਕਿਹਨੂੰ ਪਾਈ, ਇਹ ਤਾਂ ਸਾਨੂੰ ਪੱਕਾ ਪਤਾ, ਕਿਉਂਕਿ ਪਹਿਲੀ ਗੱਲ ਤੇ ਹੁੰਦੀ ਹੈ ਨਾ ਵੀ ਉਦਾਹਰਨ ਨਾਲ ਪੇਸ਼ ਹੋਣਾ। ਆਪਾਂ ਤੁਹਾਨੂੰ ਇਹੋ ਜਿਹੀ ਕਠਿਨ ਮੁਸੀਬਤ ਪ੍ਰੀਖਿਆ 'ਚ ਪਾਉਂਦੇ ਵੀ ਨਹੀਂ, ਪਰ ਤੁਸੀਂ ਇਹ ਦੱਸੋ ਕਿ ਅੱਜ ਦੇ ਦਿਨ ਦੇ ਵਿੱਚ ਤੁਹਾਡੇ ਆਲੇ ਦੁਆਲੇ 'ਚ ਤੁਹਾਡੇ ਨਾਲ ਵਿਚਰਨ ਵਾਲੇ ਜਿਹੜੇ ਕੰਨ 'ਚ ਤੁਹਾਨੂੰ ਦੱਸ ਦਿੰਦੇ ਹੋਣਗੇ, ਉਹਨਾਂ ਨੇ ਟ੍ਰੈਂਡ ਕੀ ਸੈੱਟ ਕੀਤਾ ਤੁਹਾਡੇ ਨਜ਼ਰੀਏ ਤੋਂ? ਕੱਲ ਦਾ ਦਿਨ ਜਲੰਧਰ ਵਾਸਤੇ ਬੜਾ ਇੰਪੋਰਟੈਂਟ ਸੀਗਾ। ਜਿਮਨੀ ਚੋਣ ਸੀਗੀ, 1 ਮਹੀਨੇ ਪਹਿਲੇ ਤੋਂ ਲਗਾਤਾਰ ਅਖਾੜਾ ਸਜਿਆ ਪਿਆ ਸੀਗਾ, ਇੱਕ ਦੂਜੇ ਦੇ ਖਿਲਾਫ ਸ਼ਬਦਾਂ ਦੇ ਵਾਰ। ਪਰ ਜਦ ਕੱਲ ਦੀ ਦਿਨ ਦੀ ਸ਼ੁਰੂਆਤ ਹੁੰਦੀ ਹੈ, ਕੱਲ ਜੇ ਅਸੀਂ ਪ੍ਰੋਗਰਾਮ ਕਰ ਰਹੇ ਸੀਗੇ ਤੇ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਕਿ ਸਵੇਰੇ 4 ਵਜੇ ਤੋਂ ਇੱਕ ਫੋਨ ਆ ਰਿਹਾ,
ਔਰ ਉਹ ਫੋਨ ਮਿਸ ਕਾਲ ਮਾਰ ਕੇ ਛੱਡ ਦਿੰਦਾ ਔਰ ਫੋਨ ਵਾਲੇ ਨੂੰ ਫੜਨ ਦੀ ਮੈਂ ਬੜੀ ਕੋਸ਼ਿਸ਼ ਕਰ ਰਿਹਾ, ਫੜਿਆ ਨਹੀਂ ਜਾ ਰਿਹਾ। ਘੱਟ ਤੋਂ ਘੱਟ 17 ਕਾਲਾਂ ਆਉਂਦੀਆਂ 12 ਵਜੇ ਤੱਕ, ਤੇ 17 ਕਾਲਾਂ ਤੋਂ ਬਾਅਦ ਜਦ ਮੈਂ ਗੱਡੀ ਚਲਾ ਰਿਹਾ ਹੁੰਦਾ ਤੇ ਦੁਬਾਰਾ ਉਹ ਫੋਨ ਆ ਜਾਂਦਾ, ਔਰ ਨਾਲ ਦੇ ਨਾਲ ਹੀ ਗੱਡੀ ਸਾਈਡ ਤੇ ਖੜੇ ਕਰਕੇ ਮੈਨੂੰ ਇਹ ਲੱਗਦਾ ਹੁਣ ਤੇ ਮੈਂ ਫੜ ਲੈਣਾ ਬੰਦਾ, ਕਿਉਂਕਿ ਇਹਨੇ ਸਵੇਰੇ 4 ਵਜੇ ਤੋਂ ਮੈਨੂੰ ਪਰੇਸ਼ਾਨ ਕੀਤਾ ਹੋਇਆ ਹੈ। ਔਰ ਜਿੱਦਾਂ ਹੀ ਮੈਂ ਫੋਨ ਚੱਕਦਾ, ਥੋੜੇ ਜਿਹੇ ਪੌਜ਼ ਤੋਂ ਬਾਅਦ ਉੱਥੋਂ ਆਵਾਜ਼ ਆਉਂਦੀ ਹੈ, ਮੈਂ ਭਗਵੰਤ ਮਾਨ ਤੇ ਤੁਸੀਂ ਵੋਟ ਪਾਓ, ਜਿਹੜੀ ਅਪੀਲ ਦੀ ਗੱਲ ਕਰ ਰਹੇ ਆ। ਉਹ ਮੈਨੂੰ ਉਸ ਤੋਂ ਬਾਅਦ ਬੜਾ ਇਹ ਲੱਗਦਾ ਵੀ ਇਹ ਸਵੇਰੇ 4 ਵਜੇ ਤੋਂ ਸਾਨੂੰ ਕਿਉਂ ਪਰੇਸ਼ਾਨ ਕਰ ਰਹੇ ਨੇ, ਸਾਡੀ ਤੇ ਨਿੰਦਰ ਹੀ ਖਰਾਬ ਕਰਤੀ। ਪਰ ਚਲੋ ਉਸ ਤੋਂ ਬਾਅਦ ਦਿਨ ਦੀ ਸ਼ੁਰੂਆਤ ਹੁੰਦੀ ਹੈ। ਦਿਨ ਦੀ ਸ਼ੁਰੂਆਤ ਦੇ ਵਿੱਚ VOTING ਦਾ ਪੈਟਰਨ ਸ਼ੁਰੂਆਤੀ 1 ਘੰਟੇ ਦੇ ਵਿੱਚ ਤੇਜ਼ ਹੁੰਦਾ ਹੈ। ਵਰਕਰ ਜਾਂ ਫਿਰ ਉਹ ਜਿਹੜੇ ਕਾਰਿਆਕਰਤਾ ਜਿਹਦੀ ਡਿਊਟੀ ਵੱਖ-ਵੱਖ ਪਾਰਟੀਆਂ ਨੇ ਵੱਖ-ਵੱਖ ਬੂਥ ਤੇ ਲਾਈ ਸੀ, ਉਹ ਆਪਣਾ ਵੋਟ ਭੁਗਤਾਉਂਦੇ ਨੇ। ਉਹ ਇੰਡੀਕੇਸ਼ਨ ਦਿੰਦਾ ਹੈ ਕਿ ਸ਼ਾਇਦ ਪੋਲਿੰਗ ਪਰਸੈਂਟੇਜ ਬਹੁਤ ਜ਼ਿਆਦਾ ਹੋਏਗੀ। ਸ਼ਾਮ ਆਂਦੇ ਰੋਲੇ ਪੈ ਜਾਂਦੇ ਨੇ ਕਿ ਆਮ ਆਦਮੀ ਪਾਰਟੀ ਦੇ ਬੂਥਾਂ ਦੇ ਉੱਤੇ ਬਾਹਰ ਦੇ ਬੰਦੇ ਬੈਠੇ ਨੇ। ਇਹ ਗੱਲ ਅਚਾਨਕ ਨਹੀਂ ਹੋਈ ਸੀ। ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਇਹ ਦੱਸਿਆ ਸੀਗਾ ਕਿ ਉਹਨਾਂ ਨੇ 3 ਲੇਅਰਾਂ ਬਣਾਈ ਹੈ ਆਪਣੇ VOTING ਪੈਟਰਨ ਨੂੰ ਇਨਸ਼ੋਰ ਕਰਨ ਵਾਸਤੇ। 3 ਲੇਅਰਾਂ ਹੈ, ਇੱਕ ਲੋਕਲ, ਫਿਰ ਲੋਕਲ ਦੇ ਉੱਤੇ ਸੁਪਰ ਲੋਕਲ, ਫਿਰ ਸੁਪਰ ਲੋਕਲ ਦੇ ਉੱਤੇ ਪੰਜਾਬ ਵਾਲਾ ਬੰਦਾ। ਯਾਨੀ ਇਹ ਸਾਰੀ ਚੀਜ਼ਾਂ ਪਲੈਨਿੰਗ ਦੇ ਹਿਸਾਬ ਨਾਲ ਹੀ ਹੋਈ ਸੀ। ਭਾਵੇਂ ਕਾਂਗਰਸੀ ਇਹ ਕਲੇਮ ਕਰ ਰਹੇ ਨੇ ਕਿ ਫੜ ਲੈ। ਹੁਣ ਜਿਹੜੀ ਵੀ ਕੰਪਲੇਂਟ ਫੜ ਲਓ ਜਾਂ ਫੜਨ ਦੀ ਹੋ ਰਹੀ ਹੈ, ਉਹਦੇ ਵਿੱਚ ਇੱਕ ਵੀ ਕੰਪਲੇਂਟ ਦੇ ਵਿੱਚ ਪੋਲਿੰਗ ਪ੍ਰੋਸੈਸ ਨੂੰ ਅਫੈਕਟ ਕਰਨ ਦੀ ਕੋਈ ਕੰਪਲੇਂਟ ਨਹੀਂ ਹੈ। ਉਹ ਕਹਿੰਦੇ ਜੀ ਬਾਹਰ ਦੇ ਬੰਦੇ ਇੱਥੇ ਘੁੰਮ ਰਹੇ ਨੇ ਤੇ ਇਹਨਾਂ ਨੂੰ ਫੜ ਲਓ। 4 MLA ਦੇ ਨਾਂ ਵੀ ਆਉਂਦੇ ਨੇ, ਉਹਨਾਂ ਨੂੰ ਬੁੱਕ ਵੀ ਕੀਤਾ ਜਾਂਦਾ। ਉਹਨਾਂ ਤੋਂ ਇਲਾਵਾ ਬਹੁਤ ਸਾਰੇ MLA, ਇੱਕ ਟੋਂਗ ਸਾਹਿਬ, ਉਹਨਾਂ ਨੂੰ ਉੱਤੇ ਬਕਾਇਦਾ ਪੁਲਿਸ ਨੂੰ ਗ੍ਰਿਫਤਾਰ ਕਰਨਾ ਪੈਂਦਾ ਤੇ ਬਾਅਦ ਚ ਬੇਲ ਦੇ ਉੱਤੇ ਛੱਡ ਦਿੱਤਾ ਜਾਂਦਾ ਹੈ। ਟੋਂਗ ਸਾਹਿਬ ਤੋਂ ਇਲਾਵਾ ਮਦਨ ਲਾਲ ਬੱਗਾ ਦਾ ਨਾਂ ਚੱਲਿਆ, ਦਲਜੀਤ ਸਿੰਘ ਗਰੇਵਾਲ ਦਾ, ਗੁਰਪ੍ਰੀਤ ਸਿੰਘ ਗੋਗੀ, ਜਸਵੀਰ ਸਿੰਘ ਸੰਧੂ, ਆ ਸਾਰੇ MLA ਸੀਗੇ ਜਿਹੜੇ ਜਲੰਧਰ ਘੁੰਮਦੇ ਸੀ। ਇਹਨਾਂ ਦੇ ਨਾਂ ਤੇ BJP ਵਾਲੇ ਜਾਂ ਕਾਂਗਰਸੀਆਂ ਨੂੰ ਸਮਝ ਆ ਗਏ, ਪਰ ਇਹ ਨਹੀਂ ਸੀਗਾ ਸਿਰਫ ਇਹੀ ਸੀਗੇ। ਉਹ 77 MLA ਸੀਗੇ ਜਿਹੜੇ ਕੱਲ ਪੰਜਾਬ ਦੇ ਵਿੱਚ ਵੱਖ-ਵੱਖ ਤਰੀਕੇ ਨਾਲ ਕੋਈ ਕਾਫੀ ਦੇ ਹਾਊਸ ਦੇ ਵਿੱਚ ਜਾਂ ਕੋਈ ਕਿੱਥੇ ਬੈਠ ਕੇ ਉਹ ਮੈਨੇਜ ਕਰ ਰਿਹਾ ਸੀ। ਇਹ ਸਾਰੀ ਪੋਲੀਟੀਕਲ ਪਾਰਟੀਆਂ ਕਰਦੀ ਹੈ, ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲੇ ਵੀ ਉਹ ਛੁਪਾ ਕੇ ਕਰਦੇ ਸੀਗੇ। ਇਹਨਾਂ ਨੂੰ ਲੱਗਿਆ ਵੀ ਸਰਕਾਰ ਸਾਡੀ ਹੈ, ਸਾਨੂੰ ਕੌਣ ਪੁੱਛੂਗਾ। ਪਰ ਉਹ ਅਗਲੇ ਇਹ ਇੱਕ ਸਟ੍ਰੈਟਜੀ ਦਾ ਪਾਰਟ ਵੀ ਹੁੰਦਾ ਹੈ ਕਿ ਤੁਸੀਂ ਕਾਂਗਰਸੀਆਂ ਨੂੰ, ਹੋਰ ਪੋਲੀਟੀਕਲ ਪਾਰਟੀਆਂ ਨੂੰ ਆਪਣੇ MLA ਫੜਨ ਤੇ ਲਾਤਾ, ਤੇ ਉਸ ਤੋਂ ਬਾਅਦ ਆਪਣੀ ਵੋਟ ਕਿੱਦਾਂ ਕਢਾਣੀ ਉਹ ਥੱਲੇ ਪੱਧਰ ਤੇ ਕਢਾਉਂਦੇ ਗਏ, ਜਿਹਦੇ ਇੰਡੀਕੇਸ਼ਨ ਵੀ ਸਾਹਮਣੇ ਆਏ ਨੇ। ਕਿਉਂਕਿ ਜਦ ਪੋਲ ਦੀ ਅਸੈਸਮੈਂਟ ਹੁੰਦੀ ਹੈ, ਉਹ ਇਸ ਬੇਸ ਤੇ ਹੁੰਦੀ ਹੈ ਕਿ ਕਿਹਦੇ ਬੂਥ ਤੇ ਕਿੰਨਾ ਕੁ ਰਸ਼। ਆਮ ਆਦਮੀ ਪਾਰਟੀ ਦੇ ਬੂਥਾਂ ਦੇ ਉੱਤੇ ਬਹੁਤਾ ਰਸ਼ ਨਹੀਂ ਸੀਗਾ, ਬਿਲਕੁਲ ਸਹੀ ਹੈ ਗੱਲ। ਔਰ ਉਹਨਾਂ ਬੂਥਾਂ ਨੂੰ 4-4:30 ਵਜੇ ਉਹ ਬਿਲਕੁਲ ਆਪਣਾ ਕੁਰਸੀਆਂ ਮੇਜ਼ਾਂ ਪੁੱਠੀ ਕਰਕੇ ਚਲੇ ਗਏ ਸੀ ਘਰ। ਇਹਦੇ 2 ਇੰਡੀਕੇਸ਼ਨ ਜਾਂਦੇ ਨੇ ਕਿ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਇੰਡੀਕੇਸ਼ਨ ਦਿੱਤਾ ਗਿਆ ਹੋਏ ਕਿ ਵੀ ਆਪਣਾ ਕੰਮ ਹੋ ਚੁੱਕਿਆ ਹੈ, ਵੀ ਤੁਸੀਂ ਹੁਣ ਰੈਸਟ ਕਰੋ। ਔਰ ਬਹੁਤ ਸਾਰੇ ਬੂਥਾਂ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਸੀ, ਜਿਹਨੂੰ ਕਹਿੰਦੇ ਬਾਹਰੋਂ ਆਏ ਸੀ, ਉਹਨਾਂ ਨੂੰ ਤੇ ਉਹਨਾਂ ਦੀ ਪਾਰਟੀ ਨੇ ਰੋਟੀ ਵੀ ਨਹੀਂ ਦਿੱਤੀ। ਰੋਟੀ ਵੀ BJP ਤੇ ਕਾਂਗਰਸੀ ਵਾਲੇ ਫੜਾ ਰਹੇ ਸੀਗੇ ਵੀ ਕਾਕਾ ਰੋਟੀ ਤੇ ਖਾ ਲਓ, ਤੁਸੀਂ ਸਵੇਰ ਦੇ ਡਿਊਟੀ ਦੇ ਰਹੇ ਹੋ। ਪਰ ਹਾਂ, ਹੁਣ VOTING ਪਰਸੈਂਟੇਜ ਤੇ ਜਾਈਏ, ਪੈਟਰਨ ਤੇ ਜਾਈਏ। ਲਾਸਟ ਦੇ ਵਿੱਚ ਇੱਕ ਫਿਗਰ ਆਉਂਦੀ ਹੈ 54.5% ਪੋਲਿੰਗ ਹੋ ਗਈ। ਹਾਲਾਂਕਿ ਇਹ ਐਕਸਪੈਕਟਡ ਲਾਈਨ ਤੋਂ ਉੱਤੇ ਹੈ, ਕਿਉਂਕਿ ਜਦ ਵੀ ਗੱਲ ਹੁੰਦੀ ਸੀ 50% ਤੱਕ ਦੀ ਪੋਲਿੰਗ ਦੀ ਹੁੰਦੀ ਸੀ ਔਰ ਸਾਰੀ ਪਾਰਟੀਆਂ ਇਹ ਕਹਿੰਦੀ ਸੀ ਕਿ 50% ਤੱਕ ਹੀ ਪੋਲਿੰਗ ਹੋਏਗੀ। ਇਹ 4.5% ਉੱਤੇ ਹੋਈ। ਔਰ ਇਸ ਪੋਲਿੰਗ ਪੈਟਰਨ ਦੀ ਡੂੰਘਾਈ ਦੇ ਵਿੱਚ ਜਾਓ ਤੇ ਸਭ ਤੋਂ ਜਿਹੜੀ ਰੂਰਲ ਕਨਸਟੀਚੁਐਂਸੀ ਹੈਗੀ ਹੈ ਉੱਥੇ ਵੱਧ ਹੋਈ। ਔਰ ਜਿਸ ਤਰ੍ਹਾਂ ਇੰਦਰਪ੍ਰੀਤ ਉਹਨਾਂ ਨੇ ਵੀ ਕਿਹਾ, ਜਿਹੜੀ ਸ਼ਹਿਰੀ ਕਨਸਟੀਚੁਐਂਸੀ ਹੈਗੀ ਹੈ ਉੱਥੇ ਘੱਟ ਪੋਲਿੰਗ ਪਰਸੈਂਟੇਜ ਹੋਈ। ਕਰਤਾਰਪੁਰ ਤੇ ਸ਼ਾਹਕੋਟ ਉਹ ਏਰੀਆ ਹੈਗੇ ਨੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ, ਯਾਨੀ 57.4 ਤੇ 57.4 ਦੋਨਾਂ ਦੇ ਵਿੱਚ ਸੇਮ ਪਰਸੈਂਟੇਜ ਦੀ ਪੋਲਿੰਗ ਹੋਈ। ਇਹ ਇੱਕ ਆਪਣੇ ਆਪ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈ। ਜਲੰਧਰ ਸੈਂਟਰਲ, ਜਿਹਦੇ ਵਿੱਚ BJP ਦਾ ਜ਼ੋਰ ਸੀਗਾ, ਨੋ ਡਾਊਟ BJP ਦੇ ਬੂਥ ਦੇ ਵਿੱਚ ਘੱਟ ਤੋਂ ਘੱਟ 40-50 ਬੰਦੇ ਉਹ ਬੈਠੇ ਹੋਏ ਸੀ ਹਰ ਬੂਥ ਦੇ ਵਿੱਚ, ਉੱਥੇ 48.9% ਹੋਈ। ਜਲੰਧਰ ਨਾਰਥ ਦੇ ਵਿੱਚ ਇਸ ਕਰਕੇ ਇੰਪੋਰਟੈਂਟ ਹੈ ਕਿ ਇਹ ਹੈਨਰੀ ਸਾਹਿਬ ਦੇ ਬੇਟੇ ਇੱਥੋਂ 2 ਵਾਰ ਲਗਾਤਾਰ MLA ਬਣੇ ਨੇ, ਉੱਥੇ 54.4% ਹੋਈ। ਜਲੰਧਰ ਵੈਸਟ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਉਹ ਜਲੰਧਰ ਵੈਸਟ ਹੀ ਏਦਾਂ ਦੀ ਕਨਸਟੀਚੁਐਂਸੀ ਸੀ ਜਿੱਥੋਂ ਕਾਂਗਰਸ ਦੇ ਪਿਛਲੀ ਅਸੈਂਬਲੀ ਇਲੈਕਸ਼ਨ ਦੇ ਵਿੱਚ ਹਾਰੇ ਹੋਏ ਕੈਂਡੀਡੇਟ ਨੂੰ ਆਮ ਆਦਮੀ ਪਾਰਟੀ ਨੇ ਆਪਣਾ MP ਦਾ ਕੈਂਡੀਡੇਟ ਬਣਾਇਆ ਸੀ, ਔਰ ਉਹ ਵੀ ਜਿੱਤੇ ਹੋਏ ਆਮ ਆਦਮੀ ਪਾਰਟੀ ਦੇ MLA ਦੀ ਨਾਰਾਜ਼ਗੀ ਨੂੰ ਮੋਲ ਲੈ ਗਏ। ਔਰ ਇਸ ਕਨਸਟੀਚੁਐਂਸੀ ਦੇ ਵਿੱਚ ਪੂਰੇ ਕੈਂਪੇਨ ਦੇ ਦੌਰਾਨ ਇਹ ਗੱਲਾਂ ਤੁਰਦੀ ਰਹੀਆਂ ਕਿ ਸ਼ੀਤਲ ਅੰਗੁਰਾਲ, ਕੀ ਸੁਸ਼ੀਲ ਰਿੰਕੂ ਉਹਨਾਂ ਨੂੰ ਸਪੋਰਟ ਕਰੇਗਾ। ਔਰ ਅੱਜ ਵੀ ਇਸ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨਾਲ ਵੀ ਇਹ ਗੱਲ ਹੋਈ ਕਿ ਨਹੀਂ, ਸ਼ੀਤਲ ਅੰਗੁਰਾਲ ਸਪੋਰਟ ਨਹੀਂ ਕਰ ਰਿਹਾ। ਪਰ ਉਸ ਤੋਂ ਬਾਵਜੂਦ ਵੀ ਉੱਥੇ 54 ਜਿਹੜੀ
56.5%, ਯਾਨੀ 4 ਅਰਬਨ ਕਨਸਟੀਚੁਐਂਸੀਜ਼ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੋਲਿੰਗ ਹੋਈ ਉਹ ਜਲੰਧਰ ਵੈਸਟ ਦੇ ਵਿੱਚ ਹੀ ਹੋਈ। ਹੁਣ ਗੱਲ ਆਉਂਦੀ ਹੈ ਕਿ VOTING ਪੈਟਰਨ ਹੋਇਆ ਕਿ ਔਰ ਵੱਖ-ਵੱਖ ਪਾਰਟੀਆਂ ਦਾ ਕੀ ਹਾਲ ਸੀਗਾ। ਰੂਰਲ ਏਰੀਆ ਦੇ ਵਿੱਚ ਅਕਾਲੀਆਂ ਦੇ ਬੂਥ ਲੱਗੇ ਸੀਗੇ। ਰੂਰਲ ਏਰੀਆ ਦੇ ਵਿੱਚ ਪਹਿਲੀ ਵਾਰ ਹੋਇਆ ਸੀਗਾ ਜਿੱਥੇ ਭਾਜਪਾ ਦੇ ਹਰ ਜਗ੍ਹਾ ਬੂਥ ਲੱਗੇ ਸੀਗੇ, ਔਰ ਆਮ ਆਦਮੀ ਪਾਰਟੀ ਦੇ ਬੂਥ ਕਈ ਵਾਰ ਰੂਰਲ ਏਰੀਆ ਦੇ ਵਿੱਚ ਨਹੀਂ ਵੀ ਲੱਗੇ ਸੀ। ਐਦਾਂ ਦੇ ਵੀ ਦੇਖਣ ਨੂੰ ਮਿਲਿਆ। ਔਰ ਹੁਣ ਪੂਰੇ ਕੈਂਪੇਨ ਦੇ ਨੈਰੇਟਿਵ ਦੇ ਤਰੀਕੇ ਨਾਲ ਅਗਰ ਤੁਸੀਂ ਆਉਣ ਵਾਲੇ ਰਿਜ਼ਲਟ ਨੂੰ ਆਂਕਣ ਦੀ ਕੋਸ਼ਿਸ਼ ਕਰੋਗੇ, ਅੱਜ ਸਵੇਰੇ ਮੇਰੀ ਬਹੁਤ ਸਾਰੇ ਲੋਕਾਂ ਨਾਲ ਗੱਲ ਹੋਈ। ਬਹੁਤ ਸਾਰੇ ਜਦ ਅਸੀਂ ਕਹਿੰਦੇ ਆ ਤੇ ਹਜ਼ਾਰਾਂ ਦੀ ਤਾਦਾਦ ਨਹੀਂ ਹੈ, ਇਹ ਕੋਈ ਸੈਂਪਲ ਸਰਵੇ ਨਹੀਂ ਹੈ। ਕਰੀਬ 15 ਕੁ ਲੋਕਾਂ ਨਾਲ ਗੱਲ ਹੋਈ, ਆਉਂਦੇ ਜਾਂਦੇ ਸੈਰ ਕਰਦੇ ਹੋਏ ਲੋਕ, ਔਰ ਉਹ ਆਮ ਲੋਕ ਜਿਹੜੇ ਇਸ ਪੋਲਿੰਗ ਦੇ ਵਿੱਚ ਓਵਰਵੈਲਮਿੰਗਲੀ ਦੱਸਣਾ ਚਾਹੁੰਦੇ ਸੀਗੇ। ਔਰ ਉੱਥੋਂ ਇੱਕ ਗੱਲ ਜ਼ਰੂਰ ਨਿਕਲ ਕੇ ਆਈ ਕਿ ਆਮ ਆਦਮੀ ਪਾਰਟੀ ਜਿਹਦੇ ਬਾਰੇ ਚਾਹੇ ਗੱਲ ਕਹੀ ਜਾਏ ਹੈ ਕਿ ਵੀ ਬਹੁਤਾ ਹੁੰਗਾਰਾ ਕੱਲ ਉਹਨੂੰ ਨਹੀਂ ਮਿਲਿਆ, ਪੋਲੀਟੀਕਲ ਪਾਰਟੀ ਦਾ ਇਹ ਕਲੇਮ ਹੈ, ਪਰ ਲੋਕਾਂ ਦਾ ਇਹ ਕਹਿਣਾ ਹੈ ਕਿ ਬਿਜਲੀ ਬਿੱਲ ਮਾਫ ਕਰਕੇ ਲੋਕਾਂ ਦਾ, ਗਰੀਬ ਲੋਕਾਂ ਦਾ ਜਿਹੜਿਆਂ ਨੂੰ 3-3 4-4 ਹਜ਼ਾਰ ਰੁਪਏ ਮਹੀਨੇ ਦਾ ਫਾਇਦਾ ਹੋਇਆ, ਉਹਨਾਂ ਨੇ ਐਤਕੀ ਓਵਰਵੈਲਮਿੰਗਲੀ ਆਮ ਆਦਮੀ ਪਾਰਟੀ ਨੂੰ ਵੋਟ ਪਾਇਆ। ਇਹ ਗੱਲ ਸਵੇਰੇ ਪਤਾ ਲੱਗੀ ਹੈ, ਕੱਲ ਦੇ ਪੋਲਿੰਗ ਪ੍ਰੋਸੈਸ ਦੇ ਵਿੱਚ ਇਹ ਗੱਲ ਨਹੀਂ ਪਤਾ ਲੱਗ ਰਹੀ ਸੀ, ਕਿਉਂਕਿ ਉੱਥੋਂ ਤੇ ਸਾਰੀ ਪਾਰਟੀਆਂ ਫੜੋ ਫੜਾਈ ਦੇ ਵਿੱਚ ਲੱਗੀ ਹੋਈ ਸੀ ਕਿ ਉੱਥੇ ਘੁੰਮਦਾ ਜੀ ਆਮ ਆਦਮੀ ਪਾਰਟੀ ਦਾ ਐਮਐਲਏ, ਉਹ ਉੱਥੇ ਘੁੰਮਦਾ ਹੈ ਮੋਟਰਸਾਈਕਲ ਤੇ ਭੱਜ ਗਿਆ। ਇਸ ਗੱਲ ਦੇ ਉੱਤੇ ਕਿਸੇ ਨੇ ਨਹੀਂ ਦਿੱਤਾ ਕਿ VOTING ਪੈਟਰਨ ਕਿਸ ਤਰੀਕੇ ਦਾ ਚੱਲ ਰਿਹਾ ਹੈ। ਉਸ ਤੋਂ ਇਲਾਵਾ ਇੱਕ ਗੱਲ ਬਹੁਤ ਸਾਰੇ ਲੋਕ ਕਰਦੇ ਨੇ ਕਿ ਮੁਹੱਲਾ ਕਲੀਨਿਕ, ਜਿਹੜੇ ਮੁਹੱਲਾ ਕਲੀਨਿਕ ਇੱਕ ਕੰਟਰੋਵਰਸੀ ਦੇ ਫਸੇ ਹੋਏ ਸੀਗੇ, ਔਰ ਗਰੀਬ ਲੋਕਾਂ ਨੂੰ ਉੱਥੇ ਅਗਰ ਇਲਾਜ ਮਿਲ ਰਿਹਾ ਹੈ ਔਰ ਉੱਥੇ ਦਵਾਈ ਫ੍ਰੀ ਮਿਲ ਰਹੀ ਹੈ, ਟੈਸਟ ਫ੍ਰੀ ਮਿਲ ਰਹੇ ਹਨ, ਜਿਹੜੇ ਸਰਕਾਰ ਦੇ ਵੀ ਕਲੇਮ ਸੀ ਔਰ ਗਰੀਬ ਵਿਅਕਤੀ ਹੁਣੇ ਕਹਿਣ ਲੱਗੇ ਨੇ ਕਿ ਇਹ ਭਾਜੀ ਬਹੁਤ ਵੱਡੀ ਸੁਵਿਧਾ ਹੈਗੀ ਹੈ ਕਿ ਤੁਹਾਨੂੰ ਘਰ ਦੇ ਕੋਲ ਜੇ ਤੁਹਾਨੂੰ ਦਵਾਈ ਡਾਕਟਰ ਮਿਲ ਜਾਂਦਾ ਹੈ ਔਰ ਟੈਸਟ ਵੀ ਹੋ ਜਾਂਦੇ ਹੈ। ਮੈਨੂੰ ਲੱਗਦਾ ਇਹਦਾ ਇੰਪੈਕਟ ਵੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਾਇਲੈਂਟਲੀ ਪਿਆ। ਇਸ ਗੱਲ ਨੂੰ ਭਾਵੇਂ ਆਮ ਆਦਮੀ ਪਾਰਟੀ ਨੇ ਬਹੁਤ ਜ਼ੋਰ ਦੇ ਕੇ ਇਸ ਨੂੰ ਨੈਰੇਟਿਵ ਸੈੱਟ ਨਹੀਂ ਕੀਤਾ, ਔਰ ਤੀਜੇ ਪਾਸੇ ਉਹ ਟੋਲ ਪਲਾਜ਼ਾ ਵਾਲੀ ਵੀ ਗੱਲ ਲੋਕੀ ਕਰਦੇ ਨੇ ਕਿ ਦੇਖੋ ਜੀ ਟੋਲ ਪਲਾਜ਼ਾ ਭਗਵੰਤ ਮਾਨ ਉਹਨਾਂ ਨੇ ਕਰਤੇ, 1000 ਰੁਪਏ ਦੀ ਗੱਲ ਹੈਗੀ ਹੈ, ਕੋਈ ਗੱਲ ਨਹੀਂ ਜੀ, ਅਗਲੇ ਸਾਲ ਤੱਕ ਉਹ ਵੀ ਮਿਲ ਜੂਗਾ, ਕਿਉਂਕਿ ਇਹਨਾਂ ਨੂੰ ਤੇ ਕਰਨਾ ਹੀ ਪੈਣਾ, ਇਹਨਾਂ ਨੇ ਤੇ ਅੱਗੇ ਵੀ ਵੋਟ ਲੈਣਾ ਹੈ। ਹੋਰ ਦੂਜੀ ਪੋਲੀਟੀਕਲ ਪਾਰਟੀਆਂ ਨੇ ਅੱਜ ਤੱਕ ਸਾਨੂੰ ਕੁਝ ਵੀ ਏਦਾਂ ਦੀ ਕੋਈ ਸੁਵਿਧਾ ਨਹੀਂ ਦਿੱਤੀ ਜਿਹੜੀ ਸੁਵਿਧਾ ਇਹ ਸਰਕਾਰ ਨੇ ਦਿੱਤੀ ਹੈ। ਇਹ ਮੈਂ ਨੈਰੇਟਿਵ ਦੀ ਗੱਲ ਕਰ ਰਿਹਾ। ਹੁਣ VOTING ਪੈਟਰਨ ਏਦਾਂ ਹੋਇਆ ਕਿ ਨਹੀਂ ਹੋਇਆ ਇਹ ਤੇ 13 ਤਰੀਕ ਨੂੰ ਪਤਾ ਲੱਗੇਗਾ, ਪਰ ਇਹ ਗੱਲ ਨਿਕਲ ਕੇ ਆ ਰਹੀ ਹੈ। ਔਰ ਜਿੱਥੇ ਤੱਕ ਗੱਲ ਕਰੀਏ, ਜਿਸ ਤਰ੍ਹਾਂ ਅਸੀਂ ਭਾਜਪਾ ਦੀ ਗੱਲ ਕਰ ਚੁੱਕੇ ਹਾਂ, ਸ਼ਹਿਰਾਂ ਦੇ ਵਿੱਚ ਨੋ ਡਾਊਟ ਭਾਜਪਾ ਦਾ ਚੰਗਾ ਇੰਪੈਕਟ ਸੀਗਾ, ਔਰ ਪਿੰਡਾਂ ਦੇ ਵਿੱਚ ਭਾਜਪਾ ਦੇ ਬੂਥ ਲੱਗਣ ਦਾ ਮਤਲਬ ਹੈ ਕਿ ਭਾਜਪਾ ਵੀ ਪ੍ਰਸਾਰ ਕਰ ਰਹੀ ਹੈ। ਹੁਣ ਭਾਜਪਾ ਦੇ ਹੀ ਇੱਕ ਲੀਡਰ ਨੇ ਆਪਣੇ ਪੁਰਾਣੇ ਭਾਈਵਾਲ ਪਾਰਟੀ ਨੂੰ ਦੇ ਬਾਰੇ ਚ ਕਹਿੰਦੇ ਹੋਏ ਇਹ ਗੱਲ ਕਹੀ ਕਿ ਤੁਸੀਂ ਪਿੰਡਾਂ ਦੇ ਵਿੱਚ ਇੱਕ ਗੱਲ ਨੋਟ ਕਰੋ, ਜਿਹੜੇ ਅਕਾਲੀ ਦਲ ਦੇ ਬੂਥ ਲੱਗੇ ਨੇ ਉੱਥੇ ਅਕਾਲੀ ਨਹੀਂ ਬੈਠੇ, ਟਕਸਾਲੀ ਅਕਾਲੀ ਨਹੀਂ ਬੈਠੇ, ਉੱਥੇ ਕੋਈ ਹੋਰ ਹੀ ਬੈਠੇ ਨੇ। ਤੇ ਜਦ ਮੈਂ ਪੁੱਛਿਆ ਕਿ ਕੌਣ ਬੈਠੇ ਨੇ, ਉਹ ਕਹਿੰਦੇ ਉਹ ਸਾਰੇ ਬੂਥ ਨਾ BSP ਵਾਲੇ ਮੈਨੇਜ ਕਰ ਰਹੇ ਨੇ। ਉਸ ਤੋਂ ਇੱਕ ਅੰਦਾਜ਼ਾ ਲੱਗਦਾ ਜੇ ਇਹ ਗੱਲ ਭਾਜਪਾ ਦੇ ਆਗੂ ਦੀ ਸਹੀ ਹੈ ਔਰ BSP ਦੇ ਲੋਕ ਅਗਰ ਪੰਜਾਬ ਦੇ ਪਿੰਡਾਂ, ਜਲੰਧਰ ਦੇ ਪਿੰਡਾਂ ਦੇ ਵਿੱਚ ਅਕਾਲੀ ਦਲ ਦੇ ਬੂਥ ਨੂੰ ਮੈਨੇਜ ਕਰ ਰਹੇ ਨੇ, ਤੇ ਉਹ 2 ਲੱਖ ਵੋਟ ਜਿਹੜੇ BSP ਨੂੰ 2019 ਦੀ ਇਲੈਕਸ਼ਨ ਦੇ ਵਿੱਚ ਪਏ ਸੀ, ਜੇ ਵਾਕਈ ਅਕਾਲੀ ਦਲ ਨੂੰ ਕਨਵਰਟ ਹੋ ਜਾਂਦੇ ਨੇ ਔਰ ਉਹਨਾਂ ਵਿੱਚੋਂ ਕਾਫੀ ਜ਼ਿਆਦਾ ਵੋਟ ਕਨਵਰਟ ਹੋ ਜਾਂਦੇ ਨੇ, ਤੇ ਅਕਾਲੀ ਦਲ ਦੂਜੇ ਨੰਬਰ ਤੇ ਪੋਜੀਸ਼ਨ ਤੇ ਪੱਕਾ ਜਿੱਤੂ ਦੀ ਪੋਜੀਸ਼ਨ ਦੇ ਵੀ ਆ ਸਕਦਾ ਹੈ। ਤੇ ਇਸ ਕਰਕੇ ਅਕਾਲੀ ਦਲ ਕੋਲ ਖੁਸ਼ ਹੋਣ ਦੀ ਆਪਣੀ ਇੱਕ ਵਜ੍ਹਾ ਹੈ। ਜਿੱਥੇ ਤੇ ਗੱਲ ਕਰੀਏ ਕਾਂਗਰਸ ਦੀ, ਕਾਂਗਰਸ ਨੇ ਆਪਣਾ ਪੂਰਾ ਚੁਣਾਵ ਆਮ ਆਦਮੀ ਪਾਰਟੀ ਦੇ ਐਂਟੀ ਕੈਂਪੇਨ ਦੇ ਉੱਤੇ ਲਾਤਾ। ਉਹਨਾਂ ਨੇ ਆਪਣੀ ਉਪਲਬਧੀਆਂ ਔਰ ਆਪਣੇ ਕੀਤੇ ਹੋਏ ਵਾਅਦਿਆਂ ਦੇ ਉੱਤੇ ਕਿਸੇ ਵੀ ਪੋਲੀਟੀਕਲ ਕੈਂਪੇਨ ਜਾਂ ਕਿਸੇ ਵੀ ਪੋਲੀਟੀਕਲ ਰੈਲੀ ਦੇ ਵਿੱਚ ਇਹ ਜ਼ਿਕਰ ਤੱਕ ਨਹੀਂ ਕੀਤਾ ਕਿ ਜਿੱਤ ਜਾਓਗੇ ਤੇ ਕੌਣ ਕਰੋਗੇ। ਵੈਸੇ ਇਹ ਤੇ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਬਹੁਤਾ ਨਹੀਂ ਕੀਤਾ ਕਿ ਜਿੱਤ ਜਾਣਗੇ ਤੇ ਕਰਨਗੇ ਕੀ, ਕਿਉਂਕਿ ਸਾਰਿਆਂ ਨੂੰ ਪਤਾ ਸੀਗਾ 1 ਸਾਲ ਦਾ ਇਹ ਇਲੈਕਸ਼ਨ ਹੈਗਾ। ਇਸ 1 ਸਾਲ ਦੇ ਇਲੈਕਸ਼ਨ ਦੇ ਵਿੱਚ ਕੋਈ ਪੁੱਠਾ ਸਿੱਧਾ ਵਾਅਦਾ ਕਰਤਾ ਤੇ ਐਤਕੀ ਜਿੱਤ ਵੀ ਗਏ, ਤੇ ਉਸ ਵਾਅਦੇ ਦੇ ਉੱਤੇ ਹੀ ਅਗਲੀ ਵਾਰ ਹਾਰ ਜਾਵਾਂਗੇ। ਸ਼ਾਇਦ ਇਹੀ ਵਜ੍ਹਾ ਸੀ ਕਿ ਕਿਸੇ ਨੇ ਕੋਈ ਵਾਅਦਾ ਨਹੀਂ ਕੀਤਾ। ਪਰ ਹਾਂ, ਕਾਂਗਰਸ ਨੇ ਪਿਛਲੇ 9 ਸਾਲ ਦੇ ਵਿੱਚ ਕੀਤੇ ਹੋਏ ਵਾਅਦਿਆਂ ਦਾ ਕਿਸੇ ਵੀ ਇਲੈਕਸ਼ਨ ਕੈਂਪੇਨ ਦੇ ਵਿੱਚ, ਕਿਸੇ ਵੀ ਰੈਲੀ ਦੇ ਵਿੱਚ ਜ਼ਿਕਰ ਨਹੀਂ ਕੀਤਾ। ਔਰ ਅੱਗੇ 1 ਸਾਲ ਦੇ ਵਿੱਚ ਕਿਉਂਕਿ ਸਿੰਪੈਥੀ ਵੋਟ ਦੇ ਉੱਤੇ ਕਾਂਗਰਸ ਬੈਂਕ ਕਰ ਰਹੀ ਸੀ, ਐਂਟੀ ਸਰਕਾਰ ਕੈਂਪੇਨ ਦੇ ਉੱਤੇ ਕਾਂਗਰਸ ਬੈਂਕ ਔਨ ਡਿਪੈਂਡ ਕਰ ਰਹੀ ਸੀਗੀ, ਉਹ ਕਿਸੇ ਨਾ ਕਿਸੇ ਜਗ੍ਹਾ ਆ ਜਿਹੜੇ ਮੁਹੱਲਾ ਕਲੀਨਿਕ ਹੈਗੇ ਹੈ ਜਾਂ ਫਿਰ ਆ ਜਿਹੜੀ ਬਿਜਲੀ ਬਿੱਲ ਮਾਫ ਹੈ ਉਹ ਭਾਰੂ ਨਾ ਪੈ ਜਾਏ। ਗੱਲ ਤੇ ਹੁਣ 13 ਤਰੀਕ ਨੂੰ ਦੇਖਾਂਗੇ, ਲੇਕਿਨ ਜਿਹੜਾ ਪੈਟਰਨ ਸਮਝ ਆ ਰਿਹਾ ਉਹ ਆਪਣੇ ਆਪ ਵਿੱਚ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਖੁਸ਼ ਕਰਨ ਵਾਲਾ ਵੀ ਹੈਗਾ। ਨਾਲ ਦੇ ਨਾਲ ਆਮ ਲੋਕਾਂ ਦਾ ਅਗਰ ਇਹ ਗੱਲ ਕਹਿਣਾ ਸੱਚ ਹੈਗਾ ਤੇ ਫਿਰ ਆਮ ਆਦਮੀ ਪਾਰਟੀ ਦੀ ਜਿੱਤ ਸੌਖੀ ਵੀ ਹੋ ਸਕਦੀ ਹੈ। ਔਰ ਪਿੰਡਾਂ ਦੇ ਵਿੱਚ ਵੀ ਇਹ ਰੁਝਾਨ ਦੇਖਣ ਨੂੰ ਮਿਲਿਆ, ਬਿਜਲੀ ਬਿੱਲ ਫ੍ਰੀ, ਮੁਹੱਲਾ ਕਲੀਨਿਕ, ਇਹ ਜੋ 2 ਇਸ਼ੂ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ 3 ਵਾਰ ਜਿੱਤ ਦਿਲਾਈ ਹੈ,
ਉਹ ਜਿੱਤ ਐਤਕੀ ਸ਼ਾਇਦ ਆਮ ਆਦਮੀ ਪਾਰਟੀ ਵਾਸਤੇ ਕੰਮ ਕਰ ਜਾਏ। ਭਾਸਕਰ ਸਾਹਿਬ ਨੇ ਸਾਰਿਆਂ ਨੂੰ ਖੁਸ਼ ਕਰਤਾ ਹੈ ਔਰ ਉਹਦੇ ਵਿੱਚ ਇਹਨਾਂ ਨੇ ਅਕਾਲੀ ਦਲ ਨੂੰ ਪਹਿਲੇ ਜਾਂ ਦੂਜੇ ਸਥਾਨ ਲਈ ਬੜਾ ਕਲੀਅਰ ਕਰਤਾ ਹੈ। ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿੱਤ ਤੇ ਦਿਖਾਤਾ। ਬੀਜੇਪੀ ਦਾ ਬਹੁਤ ਵਿਸਥਾਰ ਹੋਇਆ, ਉਹ ਕੁਝ ਵੀ ਮਿਰੇਕਲ ਹੋ ਸਕਦਾ ਹੈ ਔਰ ਇਸੇ ਤਰੀਕੇ ਨਾਲ ਬਸਪਾ ਜਿਹੜੀ ਆ ਉਹਨੇ ਵੀ ਬਹੁਤ ਕੰਮ ਕੀਤਾ ਹੈ। ਇਹ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਜੇਕਰ ਮੈਂ ਇਹ ਗੱਲ ਕਹਾਂ, ਭਾਸਕਰ ਸਾਹਿਬ ਦੀ ਸਾਰੀ ਸਟੱਡੀ ਜਿਹੜੀ ਆ ਉਹਦਾ ਇੱਕ ਬੁਨਿਆਦੀ ਨੁਕਤਾ ਬਹੁਤ ਅਹਿਮ ਆ। ਮੈਂ ਇਹਨਾਂ ਨੂੰ ਬੇਨਤੀ ਕੀਤੀ ਸਵੇਰੇ ਸਵੇਰੇ, ਕੁਝ ਇੱਕ ਲੋਕ ਜਿਹੜੇ ਲਗਾਤਾਰ ਹਰ ਘਰ ਦੇ ਨਾਲ ਹੀ ਜੁੜੇ ਹੁੰਦੇ ਆ, ਜਿਨ੍ਹਾਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ, ਭਾਵੇਂ ਉਹ ਗੱਡੀ ਸਾਫ਼ ਕਰਨ ਤੋਂ ਲੈ ਕੇ ਸਫਾਈਆਂ ਕਰਨ ਤੋਂ ਲੈ ਕੇ ਸਬਜ਼ੀ ਵਾਲੇ, ਬੱਚੇ ਲੈ ਕੇ ਜਾਣ ਆਉਣ ਵਾਲੇ, ਟੈਂਪੂਆਂ ਵਾਲੇ, ਉਹ ਲੋਕ ਬੜੇ ਅਹਿਮ ਨੇ। ਆਮ ਆਦਮੀ ਪਾਰਟੀ ਨੇ ਉਹ ਫੋਕਸ ਕੀਤੇ ਹੋਏ ਸੀਗੇ। ਦਿੱਲੀ ਦੇ ਵਿੱਚ ਇਹਨਾਂ ਨੂੰ ਬਿਜਲੀ ਫ੍ਰੀ ਲਗਭਗ ਔਰ ਮੁਹੱਲਾ ਕਲੀਨਿਕ ਨੇ, ਇਹ ਦੋ ਚੀਜ਼ਾਂ ਨੇ ਬਹੁਤ ਫੇਵਰ ਕੀਤਾ। ਔਰ ਪੰਜਾਬ ਦੇ ਵਿੱਚ, ਸ਼ਹਿਰ ਦੇ ਵਿੱਚ ਜਿਹੜੀ ਗਰੀਬ ਆਬਾਦੀ ਆ, ਜਿਨ੍ਹਾਂ ਦਾ ਰੋਟੀ ਰੋਜੀ ਦਾ ਪ੍ਰਬੰਧ ਬੜਾ ਔਖਾ ਚੱਲਦਾ ਹੈ, ਉਹਨਾਂ ਨੂੰ ਇਹ ਸਹੂਲਤਾਂ ਕਾਫੀ ਰਾਸ ਆ ਰਹੀਆਂ ਨੇ ਤੇ 1000 ਰੁਪਏ ਦੀ ਉਹਨਾਂ ਦੀ ਇੱਕ ਆਸ ਜੀ ਬਣੀ ਆ ਵੀ ਜੇ ਪਹਿਲਾਂ ਕਰਤਾ ਇਹ ਵੀ ਕਰ ਦੇਣਗੇ। ਭਾਸਕਰ ਸਾਹਿਬ ਦੀ ਗੱਲ ਠੀਕ, ਜੇ ਇਹ ਵੋਟ ਕਨਵਰਟ ਹੋਈ ਹੋਵੇ ਤਾਂ ਬੜੇ ਅਜੀਬੋ ਗਰੀਬ ਨਤੀਜੇ ਹੋ ਸਕਦੇ ਆ। ਜਿੱਥੋਂ ਤੱਕ ਬਾਕੀ ਪਾਰਟੀਆਂ ਦਾ ਸਵਾਲ ਹੈ, ਮੈਨੂੰ ਲੱਗਦਾ ਕਾਂਗਰਸ ਨੇ ਸਭ ਤੋਂ ਬਿਹਤਰ ਹੀ ਕੀਤਾ ਜੋ ਕਰ ਸਕਦੇ ਸੀ। ਉਹਨਾਂ ਨੇ ਐਂਟੀ ਗਵਰਨਮੈਂਟ ਕੈਂਪੇਨ ਚਲਾ ਕੇ ਇੱਕ ਤਰੀਕਾ ਕੱਢਿਆ, ਕਿਉਂਕਿ ਉਹਨਾਂ ਕੋਲ ਦੱਸਣ ਲਈ ਕੁਝ ਨਹੀਂ ਸੀ। ਉਹਨਾਂ ਕੋਲ ਕੋਈ ਅੱਗੇ ਸਰਕਾਰ ਬਣਨ ਦੀ ਸਥਿਤੀ ਨਹੀਂ, ਉਹਨਾਂ ਕੋਲ 24 ਦੇ ਵਿੱਚ ਪਤਾ ਨਹੀਂ ਕੀ ਹੋਣ ਵਾਲਾ ਹੈ, ਉਹਨਾਂ ਦੇ ਕੈਂਡੀਡੇਟ ਦੇ ਜਿੱਤਣ ਤੋਂ ਬਾਅਦ ਬਹੁਤ ਚੇਂਜ ਨਹੀਂ ਸੀ ਆਉਣ ਵਾਲੀ, ਸੋ ਕੋਈ ਪ੍ਰੋਮਿਸ ਤਾਂ ਕਰ ਨਹੀਂ ਸੀ ਸਕਦੇ। ਲੇਕਿਨ ਬੀਜੇਪੀ ਨੇ ਵਿਸਥਾਰ ਲਈ ਆਪਣਾ ਕਾਫੀ, ਸੋ ਇਹ ਸਾਰੀ ਗੱਲ ਤੁਸੀਂ ਸਮਝ ਲਏ ਭਾਸਕਰ ਸਾਹਿਬ ਦੀ ਨਜ਼ਰ 'ਚ। ਇੰਦਰਪ੍ਰੀਤ ਜੀ, ਵੈਸੇ ਸਵਾਲ ਬੜਾ ਟੇਢਾ ਫਸ ਗਿਆ। 13 ਤਰੀਕ ਕਾਫੀ ਅਹਿਮ ਹੋਣ ਵਾਲੀ ਹੈ, ਹੁਣ ਪਤਾ ਨਹੀਂ ਕਿਹਦੇ ਨਾਲ ਕੀ ਵਾਪਰ ਚੁੱਕਿਆ। ਕਰਨਾਟਕ ਵੀ ਬੜਾ ਅਹਿਮ ਆ, ਕਰਨਾਟਕ ਵਾਲੇ ਪਾਸੇ ਚਲੇ ਗਏ ਤੇ ਮੈਨੂੰ ਲੱਗਦਾ ਅਸੀਂ ਸਮਾਂ ਉਲੰਘ ਜਾਵਾਂਗੇ। ਦੋ ਮੁੱਦੇ ਬੜੇ ਅਹਿਮ ਆ। ਭਾਸਕਰ ਸਾਹਿਬ ਵੈਸੇ ਦੱਸ ਦੇਣਗੇ ਅੱਗੇ ਅਗਲੇ ਰਾਉਂਡ ਦੇ ਵਿੱਚ ਕਿ ਕਿਹਨੂੰ ਕਿਹਨੂੰ, ਵੈਸੇ ਤੁਸੀਂ ਸਾਰਿਆਂ ਦੇਖ ਹੀ ਲਿਆ, ਅਖਬਾਰਾਂ ਵੀ ਦੇਖ ਲਈਆਂ ਹੋਣੀਆਂ, ਸਾਡੇ ਕਹਿਣ ਵਾਲੀ ਗੱਲ ਕੋਈ ਖਾਸ ਨਹੀਂ। ਬੀਜੇਪੀ ਦੇ ਚਹੇਤੇ ਚੈਨਲ ਵੀ ਕਾਂਗਰਸ ਨੂੰ ਅੱਗੇ ਜੇ ਦਿਖਾ ਰਹੇ ਆ। ਹਾਂ ਭਾਸਕਰ ਸਾਹਿਬ, ਬਹੁਤ ਬਹੁਤ ਕਾਲੀ ਚ, ਬੜੀ ਕਾਲੀ ਦੇ ਵਿੱਚ ਕਰਨਾਟਕਾ ਦਾ ਹਾਲ ਦੱਸਦੀ। ਕੱਲ ਐਗਜ਼ਿਟ ਪੋਲ ਆ ਚੁੱਕੇ ਨੇ। ਹੁਣ ਮੇਰੇ ਕੋਲ ਐਗਜ਼ਿਟ ਪੋਲ ਦੀ ਰਿਪੋਰਟ ਦੇ ਵਿੱਚ 3 ਐਸਦਾ ਦੇ ਐਗਜ਼ਿਟ ਪੋਲ ਹੈਗੇ ਨੇ ਜਿਨ੍ਹਾਂ ਨੇ ਕਾਂਗਰਸ ਨੂੰ ਕਲੀਅਰ ਮੈਜੋਰਿਟੀ ਦਿੱਤੀ ਹੈ, ਔਰ ਬਾਕੀ ਜਿਹੜੇ 3 ਹੈਗੇ ਨੇ ਉਹਨਾਂ ਨੇ ਨੀਅਰ ਮੈਜੋਰਿਟੀ ਦਿੱਤੀ ਹੈ। ਔਰ ਬੀਜੇਪੀ ਨੂੰ ਮੇਰੇ ਖਿਆਲ ਨਾਲ ਜਿਹੜੇ ਮੇਰੇ ਕੋਲ 6-7 ਐਗਜ਼ਿਟ ਪੋਲ ਦੇ ਰਿਜ਼ਲਟ ਹੈਗੇ ਨੇ ਜਾਂ ਐਗਜ਼ਿਟ ਪੋਲ ਦੇ ਓਪੀਨੀਅਨ ਉਹ ਹੈਗੇ ਨੇ, ਉਹਦੇ ਵਿੱਚ ਕਿਸੇ ਨੇ ਵੀ ਐਬਸੋਲੂਟ ਮੈਜੋਰਿਟੀ ਬੀਜੇਪੀ ਨੂੰ ਨਹੀਂ ਦਿੱਤੀ। ਔਰ ਜਿੱਥੇ ਤੱਕ ਉਹ ਜੇਡੀਐਸ ਹੈ, ਜਿਹਨੂੰ ਕਹਿੰਦੇ ਚਾਬੀ ਪਾਵਰ ਦੀ, ਉਹਦੇ ਕੋਲ ਹੈਗੀ ਹੈ। ਦੇਵੇਗੌੜਾ ਉਹਨਾਂ ਦੇ ਪੁੱਤਰ ਤੇ ਦੇਵੇਗੌੜਾ ਸਾਹਿਬ ਹੁਣ 90 ਸਾਲ ਦੇ ਹੋ ਗਏ ਨੇ, ਪਰ ਚਾਬੀ ਕਹਿੰਦੇ ਆ ਹਜੇ ਵੀ ਉਹਨਾਂ ਦੇ ਹੱਥ 'ਚ ਰਹਿ ਸਕਦੀ ਹੈ। ਜੇ ਕਾਂਗਰਸ 10-12 ਸੀਟਾਂ ਪਿੱਛੇ ਜਾਂ 5-7 ਸੀਟਾਂ ਅੱਗੇ ਵੀ ਹੋ ਜਾਂਦੀ ਹੈ ਤੇ ਫਿਰ ਵੀ ਉਹ ਚਾਬੀ ਕੰਮ ਆ ਸਕਦੀ ਹੈ, ਜਿਹਦੇ ਰਾਹੀਂ ਬੀਜੇਪੀ, ਕਿਉਂਕਿ ਪਿਛਲੇ ਦਰਵਾਜ਼ੇ ਤੋਂ ਸਰਕਾਰ ਕਿੱਦਾਂ ਬਣਾਈ ਜਾਂਦੀ ਹੈ ਉਹਦਾ ਐਕਸਪੀਰੀਅੰਸ ਸਭ ਤੋਂ ਜ਼ਿਆਦਾ ਬੀਜੇਪੀ ਨੂੰ ਹੈਗਾ। ਭਾਵੇਂ ਇੱਕ ਸੀਟ ਵੀ ਆਏ ਤਾਂ ਵੀ ਉਹ ਸਰਕਾਰ ਬਣਾ ਲੈਂਦੇ ਹੁੰਦੇ ਆ। ਪਰ ਇਹ ਬੜਾ ਇੱਕ ਇੰਟਰਸਟਿੰਗ ਹੋਏਗਾ 13 ਤਰੀਕ ਤੋਂ ਬਾਅਦ। ਜੇ ਕਾਂਗਰਸ ਦੀ 135-130 ਸੀਟਾਂ ਤੋਂ ਘੱਟ ਆਉਂਦੀ ਹੈ ਤੇ ਫਿਰ ਕੁਰਸੀ ਖੁੱਸਣ ਦਾ ਖਤਰਾ ਉਹ 5 ਸਾਲ ਬਣਿਆ ਰਹੇਗਾ ਕਾਂਗਰਸ ਦੇ ਉੱਤੇ। ਪਰ ਹਾਂ, ਕਾਂਗਰਸ ਨੂੰ ਐਜ ਸਾਰੀ ਪੋਲੀਟੀਕਲ ਪਾਰਟੀਆਂ ਕਰਨਾਟਕਾ ਦੇ ਵਿੱਚ ਦੇ ਰਹੀ ਹੈ। ਇਸ ਇਲੈਕਸ਼ਨ ਦਾ ਰਿਜ਼ਲਟ ਅੱਗੇ ਆਉਣ ਵਾਲੀ ਅਸੈਂਬਲੀ ਚੋਣਾਂ ਦੇ ਉੱਤੇ ਵੀ ਪੈ ਸਕਦਾ ਹੈ। ਇਸ ਗੱਲ ਦਾ ਫਿਕਰ ਭਾਜਪਾ ਨੂੰ ਹੈ। ਉਹਦੇ ਨਾਤੇ ਭਾਜਪਾ ਪੂਰੀ ਕੋਸ਼ਿਸ਼ ਕਰੇਗੀ ਵੀ ਇੱਥੇ ਫਰਕ ਘੱਟ ਹੋਏ, ਸਰਕਾਰ ਕਿਸੇ ਤਰੀਕੇ ਨਾਲ ਬਣਾ ਲੇ। ਇੰਦਰਪ੍ਰੀਤ ਜੀ, ਇਹ ਖਬਰ ਬੜੀ ਦਿਲਚਸਪ ਆ, ਲੈਣੀ ਬੜੀ ਜ਼ਰੂਰੀ ਆ ਬਈ। ਤਬਾਦਲਾ ਹੋਇਆ, ਨਾਲ ਹੀ ਲਾਂਗਰੀ, ਨਾਲ ਹੀ ਗਨਮੈਨ, ਨਾਲ ਹੀ ਅਸਿਸਟੈਂਟ, ਨਾਲ ਹੀ ਤਾਮਝਾਮ, ਸਭ ਤੰਬੂ ਪੱਟ ਲਏ ਜਾਂਦੇ ਆ। ਇਹਨੂੰ ਰੋਕ ਲਾਤੀ, ਰੋਕ ਲੱਗ ਜੂ? ਵੈਸੇ ਕੀ ਕਹਿੰਦੇ ਹੋ? ਮੈਨੂੰ ਲੱਗਦਾ ਕਿ ਔਖੀ ਹੋਈ ਹੈ ਰੋਕ। ਹੋ ਸਕਦਾ ਕਿ ਕੁਝ ਸਮੇਂ ਲਈ ਲੱਗ ਜੇ, ਕਿਉਂਕਿ ਰਾਜਜੀਤ ਵਾਲੇ ਮਾਮਲੇ ਦੇ ਵਿੱਚ ਜਿਹੜੀ ਪੁਲਿਸ ਦੀ ਬਦਨਾਮੀ ਹੋਈ ਹੈ ਕਿ ਰਾਜਜੀਤ ਨੇ ਜਿਹੜਾ ਬਰਖਾਸਤ ਇੰਸਪੈਕਟਰ ਇੰਦਰਜੀਤ ਹੈਗਾ ਉਹਨੂੰ ਕਿਸ ਤਰ੍ਹਾਂ ਹਰ ਪੋਸਟਿੰਗ ਤੇ ਆਪਣੇ ਨਾਲ ਲਿਜਾਇਆ ਗਿਆ, ਔਰ ਉੱਥੇ ਉਸ ਜ਼ਿਲ੍ਹੇ ਦੇ ਸਾਰੇ ਸੀਨੀਅਰ ਅਫਸਰਾਂ ਤੋਂ ਉੱਪਰ ਲਗਾਇਆ ਗਿਆ। ਮਤਲਬ ਇਹ ਜਿਹੜੀ ਇਸ ਚੀਜ਼ ਨੇ ਪੁਲਿਸ ਦੀ ਬਹੁਤ ਬਦਨਾਮੀ ਕੀਤੀ ਹੈ। ਉਸ ਤੋਂ ਬਚਣ ਲਈ, ਜਾਂ ਕਹਿ ਲਓ ਕਿ ਇਹ ਜਿਹੜਾ ਸਾਰਾ ਨਵਾਂ ਸਿਸਟਮ ਉਹ ਕਰ ਰਿਹਾ ਹੈ, ਡੈਮੇਜ ਕੰਟਰੋਲ ਜਿਹਨੂੰ ਆਪਾਂ ਇੱਕ ਸ਼ਬਦ ਹੈਗਾ ਇੰਗਲਿਸ਼ ਦਾ, ਕਿ ਉਹ ਡੈਮੇਜ ਕੰਟਰੋਲ 'ਚ ਲੱਗੀ ਹੋਈ ਹੈ ਪੁਲਿਸ। ਤੇ ਉਹਨਾਂ ਨੇ ਇੱਕ ਆਰਡਰ ਕੱਲ ਕੱਢੇ ਹੈਗੇ ਹੈ ਵੀ ਕੋਈ ਵੀ ਪੁਲਿਸ ਅਧਿਕਾਰੀ, ਸਬ ਇੰਸਪੈਕਟਰ ਤੋਂ ਲੈ ਕੇ
ਜਿਹੜਾ ADGP ਲੈਵਲ ਤੱਕ ਦਾ ਹੈਗਾ, ਉਹ ਕੋਈ ਵੀ ਜਿਹੜਾ ਆਪਣਾ ਤਬਾਦਲਾ ਹੁੰਦਾ ਹੈ ਉਹਦੇ ਨਾਲ ਆਪਣਾ ਪਰਸਨਲ ਸਟਾਫ ਜਿਹੜਾ ਹੈਗਾ ਉਹ ਨਹੀਂ, ਈਵਨ PSO ਵੀ ਆਪਣੇ ਨਹੀਂ ਲਿਜਾ ਸਕੂਗਾ, ਉਹਨੂੰ ਉਸ ਨਵੇਂ ਜ਼ਿਲ੍ਹੇ 'ਚ ਹੀ ਮਿਲਣਗੇ ਜਿਹੜਾ ਵੀ ਉਹਨੂੰ ਮਿਲਣਾ ਹੈ। ਤੇ ਮੈਨੂੰ ਇਹ ਥੋੜਾ ਜਿਹਾ ਸ਼ੱਕ ਇਸ ਕਰਕੇ ਹੈ PSO ਤੋਂ ਖਾਸ ਤੌਰ ਤੇ, ਕਿ ਬਹੁਤ ਸਾਰੇ PSOs ਜਿਹੜੇ ਹੈਗੇ ਆ ਉਹ ਅਫਸਰਾਂ ਨੇ ਆਪਣੇ ਖਾਸ ਰੱਖੇ ਜਾਂ ਜਿਨ੍ਹਾਂ ਤੇ ਉਹਨਾਂ ਨੂੰ ਵਿਸ਼ਵਾਸ ਹੁੰਦਾ, ਸਿਕਿਉਰਿਟੀ ਦਾ ਇੱਕ ਮਤਲਬ ਦੇ ਕੇ ਕਿ ਵੀ ਇਹ ਮੈਨੂੰ ਸਿਕਿਉਰਿਟੀ ਤੋਂ ਦਾ ਖਤਰਾ ਹੈਗਾ ਤੇ ਮੈਨੂੰ ਆਪਣੇ ਜਿਹੜੇ ਵਿਸ਼ਵਾਸ ਪਾਤਰ ਲੋਕ ਨੇ ਉਹ ਚਾਹੀਦੇ ਨੇ, ਤਾਂ ਉਹ ਹੋ ਸਕਦਾ ਕਿ ਉਹਨਾਂ ਦਾ ਕੰਮ ਆ ਜਾਏ। ਪਰ ਜਿਹੜੀ ਇਹ ਹੈ ਵੀ ਤੁਸੀਂ ਕੋਈ SHO ASI ਜਾਂ ਇਸ ਤਰ੍ਹਾਂ ਦੇ ਜਿਹੜੇ ਸਬ ਇੰਸਪੈਕਟਰ ਵਗੈਰਾ ਇਹਨਾਂ ਨੂੰ ਵੀ ਆਪਣੇ ਨਾਲ ਲੈ ਜਾਂਦੇ ਹੋ, ਇਹ ਮੈਨੂੰ ਲੱਗਦਾ ਹੈ ਸ਼ਾਇਦ ਇਸ ਤੇ ਰੋਕ ਲੱਗ ਜਾਏਗੀ। ਫॉर द टाइम बीइंग रोक लगूगी, क्योंकि ਰੌਲੇ ਬਹੁਤ ਨੇ, ਫਿਰ ਮੁੜ ਕੇ ਧੂੜ ਬਹਿ ਜਾਂਦੀ ਹੈ, ਸਭ ਉਵੇਂ ਚੱਲਣ ਲੱਗ ਪੈਂਦਾ। ਭਾਸਕਰ ਸਾਹਿਬ ਦੀ ਟਿੱਪਣੀ ਇਹਦੇ ਉੱਤੇ ਰੌਚਕ ਹੀ ਹੋਊਗੀ। ਰੰਧਾਵਾ ਜੀ, ਇਹ ਗੱਲ ਪਹਿਲੀ ਵਾਰ ਨਹੀਂ ਹੋਈ ਕਿ ਵੀ ਅਫਸਰ ਹੁਣ ਨਾਲ ਨਹੀਂ ਆਪਣੇ ਬੰਦੇ ਨਾਲ ਲੈ ਕੇ ਜਾਣਗੇ। ਮੇਰੇ ਖਿਆਲ ਨਾਲ 15 ਸਾਲ ਪਹਿਲੇ ਵੀ ਇਹ ਗੱਲ ਸੁਣੀ ਸੀ, 10 ਸਾਲ ਪਹਿਲੇ ਵੀ ਇਹ ਗੱਲਾਂ ਹੋਈ ਸੀ ਕਿ ਵੀ ਹੁਣ ਅਫਸਰ ਉਹ ਆਪਣੇ ਬੰਦੇ ਨਾਲ ਲੈ ਕੇ ਨਹੀਂ ਜਾਣਗੇ। ਦੱਸੋ ਕਦੋਂ ਇੰਪਲੀਮੈਂਟ ਹੋਇਆ? ਅੱਜ ਤੱਕ ਕਦੀ ਵੀ ਨਹੀਂ ਇੰਪਲੀਮੈਂਟ ਹੋਇਆ। ਅਫਸਰ ਕੀ, ਜੱਜ ਕੀ, ਸਾਰੇ ਹੀ, ਈਵਨ ਪੋਲੀਟੀਸ਼ੀਅਨ ਕੀ, ਉਹਨਾਂ ਦੇ ਕੋਲ ਜਿਹੜੇ ਗਨਮੈਨ ਲੱਗੇ ਹੁੰਦੇ ਪੁਰਾਣੇ ਲੱਗੇ ਹੋਏ ਨੇ ਔਰ ਬੜੇ ਖਾਸ ਹੁੰਦੇ ਨੇ। ਉਹਨਾਂ ਨੂੰ ਪਤਾ ਵੀ ਕਿਹੜੇ ਬੰਦੇ ਦੀ ਕੀ ਇੰਪੋਰਟੈਂਸ ਹੁੰਦੀ ਹੈ, ਉਹਨਾਂ ਨੂੰ ਮਿਲਣ ਵਾਲਿਆਂ ਨੂੰ ਕਿੰਨੀ ਕੁ ਇੰਪੋਰਟੈਂਸ ਦੇਣੀ ਹੈ। ਇਹ ਸਾਰੀ ਟ੍ਰੇਨਿੰਗ ਉਹ ਟ੍ਰੇਨਡ ਬੰਦੇ ਹੁੰਦੇ ਨੇ ਵੀ ਕਿੱਥੋਂ ਕੀ ਲੈਣਾ, ਕਿੱਥੋਂ ਕੀ ਦੇਣਾ, ਸਾਰਿਆਂ ਦੀ ਇਹਨਾਂ ਜਿਹੜੇ PSO ਹੈਗੇ ਉਹਨਾਂ ਨੂੰ ਪਤਾ ਹੁੰਦਾ ਹੈ। ਇਹ ਗੱਲ ਰੁਕਦੀ ਨਹੀਂ, ਇੱਕ ਆਰਡਰ ਦੇ ਰੂਪ ਵਿੱਚ ਨਿਕਲੂਗਾ ਜ਼ਰੂਰ ਵੀ ਹੁਣ ਨਹੀਂ ਲੈ ਕੇ ਜਾਣਗੇ, ਪਰ ਉਹ ਨਹੀਂ ਲੈ ਕੇ ਜਾਣਗੇ, ਇਹ ਇੰਪਲੀਮੈਂਟ ਹੋਏਗਾ? ਹਜੇ ਤੱਕ ਤਾਂ ਕਦੀ ਹੋਇਆ ਨਹੀਂ। ਹੁਣ ਵੀ ਮੈਨੂੰ ਲੱਗਦਾ ਨਹੀਂ ਕਿ ਵੀ ਇਦਾਂ ਦੇ ਕੋਈ ਆਰਡਰ ਇਹ ਰਿਟਨ ਆਰਡਰ ਜੇ ਜ਼ਰੂਰ ਨਿਕਲਣਗੇ ਵੀ ਹੁਣ ਨਹੀਂ ਲੈ ਕੇ ਜਾਣਗੇ। ਪਿਛਲੇ ਦਿਨਾਂ ਦੇ ਵਿੱਚ ਖਬਰ ਛਪੀ ਸੀਗੀ, ਉਹ ਜਿਨ੍ਹਾਂ ਨੇ 10,000 ਲੋਕਾਂ ਨੂੰ ਜਾਂ ਫੀਤੀਆਂ ਦਿੱਤੀਆਂ, ਉਹਨਾਂ ਸਾਰਿਆਂ ਦੀ ਫੀਤੀਆਂ ਹੁਣ ਲਾ ਲੈਣਗੇ, ਹਟਾ ਲੈਣਗੇ, ਤੇ ਸਾਰੇ ਹੁਣ ਜਿਹੜੇ ਇੰਸਪੈਕਟਰ ਵੀ ਬਣੇ ਹੋਏ ਨੇ ਇੰਦਰਜੀਤ ਵਰਗੇ, ਉਹ ਹੁਣ ਕਾਂਸਟੇਬਲ ਜਾਂ ਹੈੱਡ ਕਾਂਸਟੇਬਲ ਦੀ ਪੋਸਟ ਦੇ ਵਿੱਚ ਦੁਬਾਰਾ ਕੰਮ ਕਰਨਗੇ। ਕੁਝ ਹੋਇਆ ਅੱਗੇ ਹੋਣ ਦੀ ਕੋਈ ਉਮੀਦ ਹੈਗੀ ਹੈ? ਲੱਗਦਾ ਨਹੀਂ। ਇਹ ਸਿਰਫ ਗੱਲਾਂ ਹੁੰਦੀ ਹੈ। ਸਾਡੇ ਤੁਹਾਡੇ ਵਾਸਤੇ ਇੱਕ ਮੁੱਦੇ ਨੂੰ ਡਿਸਕਸ ਕਰਨ ਦਾ ਇੱਕ ਮੁੱਦਾ ਮਿਲ ਜਾਂਦਾ, ਪਰ ਇਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਇੱਕ ਚਿੱਠੀ ਕੱਢਣ ਤੱਕ ਹੀ ਸੀਮਿਤ ਰਹਿੰਦੀ ਹੈ। ਬਾਅਦ ਚੋਂ ਉਸ ਚਿੱਠੀ ਉਹ ਹਵਾ 'ਚ ਉੱਡ ਜਾਂਦੀ ਹੈ, ਫਿਰ ਫਾਈਲ ਵਿੱਚ ਵਾਪਿਸ ਆ ਜਾਂਦੀ ਹੈ ਤੇ ਫਾਈਲ ਬੰਦ। ਭਾਸਕਰ ਸਾਹਿਬ, ਸਾਡੇ ਤੁਹਾਡੇ ਵਰਗਿਆਂ ਨੇ ਨਿੱਠ ਕੇ ਕਦੇ ਇਹਨੂੰ ਫੋਲੋ ਵੀ ਤੇ ਨਹੀਂ ਕੀਤਾ। ਅਸੀਂ ਵੀ ਹੱਥ ਲਾ ਕੇ ਭੱਜਣ ਵਾਲਿਆਂ 'ਚ ਆ। ਜਿੱਥੇ ਜਿੱਥੇ ਅਸੀਂ ਨਿੱਠ ਕੇ ਸਿਲਸਿਲੇਵਾਰ ਕੋਈ ਪ੍ਰੋਗਰਾਮ ਕੀਤੇ ਨੇ ਕਿਸੇ ਇਸ਼ੂ ਤੇ, ਉਹ ਇਸ਼ੂ ਸਿਰੇ ਚੜੇ ਨੇ, ਉਹ ਜਾਂਚ ਹੋਣ ਜਾਂ ਕੁਝ ਹੋਰ ਹੋਵੇ, ਕਿਸੇ ਲੌਜੀਕਲ ਐਂਡ ਤੱਕ ਗਏ ਨੇ, ਘੱਟੋ ਘੱਟ ਜਾਂਚਾਂ ਤੱਕ ਤੇ ਲੈ ਕੇ ਗਏ ਆ ਲੋਕ ਜਿਹੜੇ ਇਸ ਤਰ੍ਹਾਂ ਰਿਪੋਰਟ ਕਰਦੇ ਨੇ। ਵੱਡੀਆਂ ਅੰਗਰੇਜ਼ੀ ਦੀਆਂ ਅਖਬਾਰਾਂ, ਕੁਝ ਇੱਕ ਸਥਾਨਕ ਭਾਸ਼ਾਵਾਂ ਦੀਆਂ ਅਖਬਾਰਾਂ, ਉਹਨਾਂ ਨੇ ਵੀ ਜਦੋਂ ਹੱਥ ਪਾਇਆ ਕਿਸੇ ਚੀਜ਼ ਨੂੰ, ਫਿਰ ਔਖਾ ਹੋ ਜਾਂਦਾ ਸਰਕਾਰਾਂ ਨੂੰ ਭੱਜਣਾ। ਪਰ ਜਿਹੜੀ ਗੱਲ ਤੁਸੀਂ ਕਹੀ ਵੀ ਕਿਸੇ ਤੋਂ ਲੈਣਾ ਕੀ ਦੇਣਾ ਕੀ ਉਹਨਾਂ ਨੂੰ ਸਭ ਪਤਾ ਹੁੰਦਾ, ਮੈਂ ਉਸ ਤੋਂ ਥੋੜਾ ਜਿਹਾ ਅੱਗੇ ਜਾਊਂਗਾ। ਇੰਜ ਨਹੀਂ ਹੁੰਦਾ ਭਾਸਕਰ ਸਾਹਿਬ, ਲੈਣ ਦੇਣ ਦੇ ਮਾਮਲੇ ਨਹੀਂ ਹੁੰਦੇ। ਸਾਹਿਬ ਨੇ ਕਿੰਨੇ ਵਜੇ ਕਿਹੜੀ ਗੋਲੀ ਖਾਣੀ ਆ ਉਹ ਖਵਾਉਣੀ ਹੁੰਦੀ ਹੈ। ਸਾਹਿਬ ਨੂੰ ਗ੍ਰੀਨ ਟੀ ਦੇਣੀ ਆ ਕਿ ਦੂਜੀ ਚਾਹ ਜਿਹੜੀ ਮਸਾਲੇ ਵਾਲੀ ਪਿਉਣੀ, ਉਹਦਾ ਮਾਮਲਾ। ਸਾਹਿਬ ਨੇ ਸੈਰ ਕਰਨੇ ਆ, ਕਦੋਂ ਸੈਰ ਕਰਨੀ ਆ, ਉਹਨਾਂ ਦੇ ਸ਼ੂਜ਼ ਗੱਡੀ 'ਚ ਰੱਖੇ ਗਏ ਆ ਕਿ ਨਹੀਂ, ਗੋਰਖੇ ਨੇ ਰੱਖਤੇ ਆ ਕਿ ਜਾਂ ਘਰ ਵਾਲੇ ਘਰੇਲੂ ਨੌਕਰ ਨੇ ਰੱਖੇ ਕਿ ਨਹੀਂ, ਇਹ ਵੇਖਣ ਦੀ ਲੋੜ ਹੁੰਦੀ ਆ ਵੀ ਅੱਜ ਸਾਹਿਬ ਨੇ ਕਿਹੜੇ ਰੈਸਟੋਰੈਂਟ 'ਚ ਖਾਣਾ ਖਾਣ ਜਾਣਾ, ਉੱਥੇ ਪਹਿਲਾਂ ਮਾਹੌਲ ਬਣਾਉਣਾ ਹੁੰਦਾ। ਫਿਰ ਸਾਹਿਬ ਨੂੰ ਮਿਲਣ ਗਿਲਣ ਆਉਣ ਵਾਲਿਆਂ ਦੀ ਪਹਿਲਾਂ ਸ਼੍ਰੇਣੀ ਰੱਖਣੀ ਹੁੰਦੀ ਵੀ ਕਿਹਨੂੰ ਕਿੰਨਾ ਚਿਰ ਵੇਟ ਕਰਾਉਣਾ ਹੈ, ਕਿਹਨੂੰ ਸਿੱਧਾ ਡਰਾਇੰਗ ਰੂਮ 'ਚ ਲੈ ਕੇ ਜਾਣਾ। ਇਹ ਚੀਜ਼ਾਂ ਜਿਹੜੀਆਂ ਨਾ ਜੀ ਪਹਿਲੇ ਦਿਨ ਥੋੜਾ ਆਉਂਦੀਆਂ, ਇਹ ਤਾਂ ਉਹ ਜਿਹੜੀਆਂ ਵਫਾਦਾਰੀਆਂ ਨੇ ਉਹ ਬੜੀਆਂ ਔਖੀਆਂ, ਬਹੁਤ ਔਖੇ ਸਮਝਾਉਣੇ ਬੰਦੇ। ਇਹ ਟ੍ਰੇਨਿੰਗ ਕੋਈ ਕਰਦਾ ਰਵੇ, ਚੱਕ ਕੇ ਕੋਈ ਲੈ ਜੇ, ਗੱਲ ਥੋੜੀ। ਮਿਹਰਬਾਨੀ, ਬਹੁਤ ਧੰਨਵਾਦ ਜੀ।